तीर तुही सहथी तुही, तुही तवर तरवार। नाम तिहारो जो जपै, भये सिंध भव पार। तुद आगे अरदास हमारी, जियो पिंड सब तेरा। कहो नानक सब तेरी वड्याई, कोई नाओ न जानै मेरा। अरदास हमारी, जियो पिंड सब तेरा। कहो नानक सब तेरी वड्याई, कोई नाओ न जानै मेरा। परम सन्मानयोग दसां ही पातशाहियां दे आत्मक सरूप, चावर छतर तख्त दे मालिक, गुरता गद्दी ते विराजमान शब्द गुरु, जुगो जुग अटल। धन 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 सतगुरु श्री गुरु ग्रंथ साहिब जी महाराज, सच्चे पातशाह गुरु पिता जी दी मेहरामत दा सदका गुरुद्वारा दुख भंजन सर साहिब विखे ਐਤਵਾਰ वाले दिन हफ्तावारी दीवान सजदे हन। सतगुरां ने मेहरामत कीती, अज ऐतवार दा दिन है। सतगुरां दी पवित्र पावन गोद दे अंदर हफ्तावारी दीवानां दी जो प्रारंभता हुई, सरबत दे भले वास्ते तुर की बाणी श्री सुखमनी साहिब जी दे जाप हुंदे हन। आप संगतां ने गुर इतिहास गुरबाणी दे जाप सरवण कीते। आओ हुण कुछ समय वास्ते सतगुरां दी पवित्र पावन गुरबाणी गुर इतिहास दे विचों विचारां दी सांझ पाईए। सतगुरु जी किरपा करन, आप ही विच वर्त करके प्रेम शरदा भावना दे सहत हो करके गुरबाणी गुर इतिहास दी विचार कहन सुनन समझन अते मनन दे बल सतगुरु जी बख्शिश करन। विचारां प्रारंभ करन तो पहला सतगुरां दी बख्शिश दोहराइए। सारे फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी महाराज बख्शिश करदे हन कि जो भी सत की संगत करदा है उहदा पार उतारा हो जाता है। सतगुरु गुरु नानक साहब जी महाराज जी ने परमात्मा नूं सच कहा है कि परमात्मा सदा रहन वाला है। आपां सतगुरां दे बचन पढ़दे हाँ, आद सच जुगाद सच है भी सच, नानक होसी भी सच। होर सारा संसार जिहड़ा है बिंथ जान वाला है। जिस तरह दे किसी ने अपने कर्म कमाए, उन्हां कर्मां दे अनुसार मनुख नूं ये जूनी मिलदी है, शरीर मिलिया ते उहदे अनुसार ही वो किरत करदा। महाराज जी की बाणी है, जित को लाया तित ही लागा तैसो ही वरतारा।
ਕਿ ਜਿੱਥੇ ਜਿੱਥੇ ਪ੍ਰਮਾਤਮਾ ਨੇ ਲਾਇਆ ਉਹਦੇ ਕਰਮਾਂ ਦੇ ਅਨੁਸਾਰ ਉੱਥੇ ਉੱਥੇ ਉਹ ਜੀਵ ਆਪਣੇ ਵਰਤੋਂ ਵਰਲੇਵਾ ਜਿਹੜਾ ਹੈ ਸੰਸਾਰ ਨਾਲ ਰੱਖਦਾ ਹੈ। ਅਤੇ ਸਮੇਂ ਦੇ ਵਿੱਚ ਹੀ ਜੀਵ ਕਰਮ ਕਰਦਾ ਹੈ ਅਤੇ ਸਮੇਂ ਦੇ ਦੁਆਰਾ ਸਮੇਂ ਵਿੱਚ ਰਹਿੰਦਿਆਂ ਹੋਏ ਕਰਮਾਂ ਨੂੰ ਕਰਦਿਆਂ ਜਿੱਦਣ ਸਮਾਂ ਸਮਾਪਤ ਹੋ ਜਾਂਦਾ, ਖਤਮ ਹੋ ਜਾਂਦਾ, ਉਦਣ ਸੰਸਾਰ ਵਿੱਚੋਂ ਜੀਵ ਚਲਾ ਜਾਂਦਾ ਹੈ। ਕਲਗੀਧਰ ਪਾਤਸ਼ਾਹ ਜੀ ਵੀ ਬਚਨ ਕਰਦੇ ਆਪਣੀ ਅੰਮ੍ਰਿਤਮਈ ਬਾਣੀ ਦੇ ਅੰਦਰ, ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਕਿ ਸਾਰਾ ਇਹ ਕਾਲ ਦਾ ਤਮਾਸ਼ਾ ਹੈ, ਸਮੇਂ ਦਾ ਤਮਾਸ਼ਾ ਹੈ। ਸਮੇਂ ਦੇ ਅੰਦਰ ਹੀ ਜੀਵ ਪੈਦਾ ਹੁੰਦੇ ਹੈ, ਵਸਤੂਆਂ ਪੈਦਾ ਹੁੰਦੀਆਂ ਹੈ। ਸਮਾਂ ਹੀ ਉਹਨਾਂ ਨੂੰ ਪੁਰਾਣੀਆਂ ਕਰ ਦਿੰਦਾ ਅਤੇ ਸਮਾਂ ਹੀ ਇੱਕ ਦਿਨ ਖਤਮ ਕਰ ਦਿੰਦਾ ਹੈ। ਅੱਜ ਜਿੱਥੇ ਐਤਵਾਰ ਦਾ ਦਿਨ ਹੈ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਐਤਵਾਰ ਵਾਲੇ ਦਿਨ ਦੀਵਾਨ ਸਜਦੇ ਹਨ, ਉੱਥੇ ਅੱਜ ਨਾਲ ਹੀ ਜੋ ਹਿੰਦੁਸਤਾਨ ਦੇ ਅੰਦਰ ਕਈ ਤਿਉਹਾਰ ਮਨਾਏ ਜਾਂਦੇ ਆ। ਉਹਨਾਂ ਤਿਉਹਾਰਾਂ ਦੇ ਵਿੱਚ ਇੱਕ ਵਿਜੇ ਦਸ਼ਮੀ, ਜਿਸ ਨੂੰ ਆਪਾਂ ਦੁਸਹਿਰਾ ਕਹਿ ਦਿੰਦੇ ਹਾਂ, ਉਹ ਦਿਹਾੜਾ ਅੱਜ ਹੈ। ਇਹ ਜਿਹੜਾ ਵਿਜੇ ਦਸ਼ਮੀ ਦਾ ਦਿਹਾੜਾ ਹੈ, ਇਹ ਹਿੰਦੂ ਮਤ ਦੇ ਨਾਲ ਸੰਬੰਧਿਤ ਹੈ। ਸ੍ਰੀ ਰਾਮ ਚੰਦਰ ਜੀ ਨੇ ਜਿਸ ਦਿਨ ਰਾਵਣ ਨੂੰ ਮਾਰ ਕੇ ਲੰਕਾ ਦੇ ਉੱਤੇ ਫਤਿਹ ਪ੍ਰਾਪਤ ਕੀਤੀ, ਲੰਕਾ ਨੂੰ ਜਿੱਤਿਆ, ਭੀਖਨ ਨੂੰ ਰਾਜ ਦਿੱਤਾ, ਤਾਂ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਦਿਨ ਮਨਾਇਆ ਜਾਂਦਾ। ਗੁਰਬਾਣੀ ਦੇ ਅੰਦਰ ਵੀ ਮਹਾਰਾਜ ਜੀ ਨੇ ਜ਼ਿਕਰ ਕੀਤਾ, ਰਾਮ ਚੰਦ ਮਾਰਿਓ ਇਹ ਰਾਵਣ, ਕਿ ਰਾਮ ਚੰਦਰ ਨੇ ਰਾਵਣ ਨੂੰ ਮਾਰਨਾ ਕੀਤਾ। ਸਤਿਗੁਰੂ ਜੀ ਨੇ ਰਾਮ ਦਾ ਵੀ ਜ਼ਿਕਰ ਗੁਰਬਾਣੀ ਦੇ ਅੰਦਰ ਕੀਤਾ ਅਤੇ ਰਾਵਣ ਦਾ ਵੀ ਕੀਤਾ। ਵਿਦਵਾਨਾਂ ਨੇ ਸਮੇਂ ਨੂੰ ਰੇਤ ਦੇ ਵਾਂਗੂ ਕਥਨ ਕੀਤਾ ਹੈ ਕਿ ਜਿਵੇਂ ਰੇਤ ਦੇ ਉੱਤੇ ਕੋਈ ਮਨੁੱਖ ਤੁਰਦਾ ਹੈ, ਉਹਦੇ ਕਦਮਾਂ ਦੇ ਨਿਸ਼ਾਨ ਪੈ ਜਾਂਦੇ ਹੈ। ਇਸ ਤਰ੍ਹਾਂ ਹੀ ਸਮੇਂ ਦੇ ਵਿੱਚ ਚੰਗੇ ਮਨੁੱਖ ਵੀ ਸੰਸਾਰ ਵਿੱਚ ਆਉਂਦੇ ਆ, ਬੁਰੇ ਵੀ ਆਉਂਦੇ ਆ, ਅਤੇ ਉਹ ਆਪਣੇ ਕਦਮ, ਆਪਣੇ ਨਿਸ਼ਾਨ ਕੀਤੇ ਹੋਏ ਕਰਮਾਂ ਦੇ ਛੱਡ ਜਾਂਦੇ ਆ, ਜਿਨ੍ਹਾਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ, ਪੀੜ੍ਹੀਆਂ ਨੇ, ਉਹ ਸਿੱਖਿਆ ਲੈਂਦੀਆਂ। ਕਲਗੀਧਰ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ, ਕਿਉਂਕਿ ਜਿਹੜਾ ਇਹ ਹਿੰਦੁਸਤਾਨ ਦੇਸ਼ ਹੈ, ਇਹਦੇ ਵਿੱਚ ਬਹੁਤ ਸਾਰੇ ਤਿਉਹਾਰ ਜਿਹੜੇ ਮਨਾਏ ਜਾਂਦੇ, ਉਹਨਾਂ ਦਾ ਕੋਈ ਨਾ ਕੋਈ ਕਾਰਨ ਰਿਹਾ ਤਿਉਹਾਰਾਂ ਨੂੰ ਸ਼ੁਰੂ ਕੀਤਾ ਜਾਂ ਕਿਵੇਂ ਹੋਏ। ਉਹਨਾਂ ਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਨੇ ਕਹਾਣੀਆਂ ਨੇ, ਸਾਖੀਆਂ ਨੇ। ਪਰ ਜਦੋਂ ਉਹ ਤਿਉਹਾਰ ਸ਼ੁਰੂ ਹੋਏ, ਉਹਨਾਂ ਵਿੱਚ ਬਹੁਤ ਵਧੀਆ ਸੀ ਤਰੀਕਾ, ਪਰ ਹੌਲੀ ਹੌਲੀ ਸਮਾਂ ਪਾ ਕਰਕੇ ਉਹਨਾਂ ਦੇ ਵਿੱਚ ਵੀ ਕੁਝ ਜਿਹੜਾ ਹੈ ਗਿਰਾਵਟ ਆ ਗਈ, ਕਮੀਆਂ ਆ ਗਈਆਂ, ਜਿਹਦੇ ਕਰਕੇ ਅਸਲੀ ਜੋ ਕਹਾਣੀ ਸੀ, ਸਾਖੀ ਸੀ ਤਿਉਹਾਰ ਮਨਾਉਣ ਦੀ, ਉਹ ਲੋਪ ਹੋ ਗਈ। ਜਿਵੇਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ, ਆਪਾਂ ਦੇਖਦੇ ਹਾਂ, ਹੋਲੀ ਹੈ, ਦੀਵਾਲੀ ਹੈ, ਦੁਸਹਿਰਾ ਹੈ, ਮਾਘ ਦੀ ਸੰਗਰਾਂਦ, ਜਿਹਨੂੰ ਮਾਘ ਦੀ ਸੰਕ੍ਰਾਂਤੀ ਕਿਹਾ ਜਾਂਦਾ ਹੈ, ਵਿਸਾਖੀ ਮਨਾਈ ਜਾਂਦੀ ਸੀ। ਪਹਿਲਾਂ ਵੀ ਲੋਕ ਵਿਸਾਖੀਆਂ ਜਿਹੜੀ ਮਨਾਉਂਦੇ ਸੀ, ਉਹ ਆਪਾਂ ਦੇਖਦੇ ਹਾਂ ਕਿ ਕਣਕ ਵੱਢ ਲੈਂਦੇ ਸੀ ਲੋਕ, ਅਤੇ ਘਰ ਦੇ ਵਿੱਚ ਅਨਾਜ ਆਇਆ ਹੁੰਦਾ ਸੀ, ਮਾਇਆ ਆਈ ਹੁੰਦੀ ਸੀ, ਵਿਹਲੇ ਹੋ ਕੇ ਲੋਕ ਫਿਰ ਮੇਲਾ ਆਦਿਕ ਕਰਦੇ, ਮੇਲਿਆਂ ਵਿੱਚ ਜਾਂਦੇ, ਨੱਚਦੇ ਗਾਉਂਦੇ। ਅਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ
ਕਿ ਇਹ ਜਿਹੜੇ ਲੋਕ ਨੇ, ਤਿਉਹਾਰ ਨੇ ਜਿਹੜੇ, ਉਹਨਾਂ ਨੂੰ ਅਸਲੀ ਜਿਹੜਾ ਉਹਨਾਂ ਦਾ ਤੱਤ ਸੀ ਉਹਨੂੰ ਭੁੱਲ ਚੁੱਕੇ। ਜਿਵੇਂ ਹੁਣ ਹੋਲੀ ਦਾ ਤਿਉਹਾਰ ਸੀ, ਠੀਕ ਆ, ਉਹਦਾ ਉਸ ਧਰਮ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਪਰ ਜਿਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਬਚਨ ਨੇ, ਭਾਈ ਮਨੀ ਸਿੰਘ ਜੀ ਨੇ ਬਚਨ ਕਹੇ ਨੇ ਕਿ ਆਪਣਾ ਧਰਮ ਹੈ ਜਿਹੜਾ ਪਹਾੜ ਵਰਗਾ ਜਾਣੋ, ਦੂਸਰੇ ਦੇ ਧਰਮ ਨੂੰ ਭਾਵੇਂ ਰਾਈ ਜਿੰਨਾ ਵੀ ਸਮਝੋ ਵੀ ਉਹ ਰਾਈ ਜਿੰਨਾ ਹੈ। ਰਾਈ ਸਰੋਂ ਦੇ ਦਾਣੇ ਵਰਗੀ ਹੁੰਦੀ ਹੈ ਨਾ ਰਾਈ, ਪਰ ਕਦੇ ਵੀ ਦੂਸਰੇ ਧਰਮ ਦੀ ਨਿੰਦਿਆ ਨਾ ਕਰੋ, ਭਾਵੇਂ ਉਹ ਰਾਈ ਜਿੰਨਾ ਵੀ ਹੋਵੇ, ਪਰ ਦੂਸਰੇ ਧਰਮ ਦੀ ਨਿੰਦਿਆ ਨਹੀਂ ਕਰਨੀ। ਧਰਮ ਸਾਰੇ ਸਤਿਕਾਰਯੋਗ ਨੇ। ਅਤੇ ਜਿਵੇਂ ਹੁਣ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਪਰ ਹੋਲੀ ਦਾ ਤਿਉਹਾਰ ਦੀ ਜਿਹੜੀ ਅਸਲ 'ਚ ਕਹਾਣੀ ਹੈ ਉਹ ਹੈ ਸੱਚ ਦੀ ਜਿੱਤ ਦੀ, ਕਿ ਉਸ ਦਿਨ ਝੂਠ ਹਾਰਿਆ ਸੀ ਅਤੇ ਸੱਚ ਜਿੱਤਿਆ ਸੀ। ਪਰ ਉਹ ਕਹਾਣੀ ਜਿਹੜੀ ਅਲੋਪ ਕਰ ਦਿੱਤੀ ਗਈ। ਲੋਕ ਹੌਲੀ ਹੌਲੀ ਕੀ ਇੱਕ ਦੂਜੇ ਉੱਤੇ ਗੰਦ ਪਾਉਣ ਲੱਗ ਪਏ, ਗਾਣੇ ਗਾਉਣ ਲੱਗ ਪਏ, ਬਹੁਤ ਕਮੀਆਂ ਆ ਗਈਆਂ। ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ ਕਿ ਅਸੀਂ ਆਪਣੇ ਸਿੱਖ ਨੂੰ ਖਾਲਸਾ ਬਣਾਇਆ, ਇਹਨੂੰ ਅਕਾਲ ਪੁਰਖ ਦਾ ਪੁਜਾਰੀ ਬਣਾਇਆ, ਅਤੇ ਇਸ ਤਿਉਹਾਰ ਨੂੰ ਮਨਾਉਣ ਵਾਲੇ ਲੋਕ ਜਿਹੜੇ ਨੇ ਉਹ ਜ਼ਿਆਦਾਤਰ ਨੀਵੀਆਂ ਜਾਤਾਂ ਵਾਲੇ, ਜਿਨ੍ਹਾਂ ਨੂੰ ਨੀਵੇਂ ਕਹਿ ਕੇ, ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ, ਅਤੇ ਉਹਨਾਂ ਨੂੰ ਆਪਣੇ ਨਾਲ ਕਿਵੇਂ ਜੋੜਿਆ ਜਾਵੇ। ਤਾਂ ਮਹਾਰਾਜ ਜੀ ਨੇ ਹੋਲੀ ਤੋਂ ਹੋਲਾ ਮਹੱਲਾ ਬਣਾ ਦਿੱਤਾ। ਗੱਲ ਉਹੀ ਰੱਖੀ ਮਹਾਰਾਜ ਜੀ ਨੇ ਕਿ ਝੂਠ ਦੇ ਉੱਤੇ ਸੱਚ ਦੀ ਜਿੱਤ ਕਿਵੇਂ ਹੋਵੇ, ਉਹਨੂੰ ਸ਼ਾਸਤਰਾਂ ਦੇ ਨਾਲ ਜੋੜ ਦਿੱਤਾ। ਮਹਾਰਾਜ ਜੀ ਨੇ ਮਹੱਲਾ ਕੱਢਣ ਦੀ, ਹੋਲਾ ਮਹੱਲਾ ਖੇਡਣ ਦੀ ਰੀਤ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਲਾਈ। ਇਸ ਤਰ੍ਹਾਂ ਹੀ ਦੀਵਾਲੀ ਮਨਾਈ ਜਾਂਦੀ ਸੀ। ਤਾਂ ਦੀਵਾਲੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਨਾਂ ਦੇ ਦਿੱਤਾ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 52 ਰਾਜਿਆਂ ਨੂੰ ਰਿਹਾ ਕਰਾ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ, ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਦੀਪਮਾਲਾ ਕੀਤੀ, ਦੇਸੀ ਘਿਓ ਦੇ ਦੀਵੇ ਜਗਾ ਕੇ, ਅਤੇ ਬੰਦੀ ਛੋੜ ਦਿਵਸ ਜਿਹੜਾ ਸ਼ੁਰੂ ਹੋਇਆ। ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਵਾਨ ਸੱਜੇ, ਕੀਰਤਨ ਹੋਏ, ਸੰਗਤਾਂ ਨੇ ਖੁਸ਼ੀਆਂ ਮਨਾਈਆਂ ਆਪਣੇ ਤਰੀਕੇ ਦੇ ਨਾਲ, ਕਿ ਗੁਰੂ ਦੇ ਸ਼ਬਦ ਦਾ ਉਜਾਰਾ। ਦੀਵਾਲੀ ਦਾ ਮਤਲਬ ਕਿ ਦੀਵਾ ਜਗਾ ਕੇ ਹਨੇਰੇ ਨੂੰ ਦੂਰ। ਅਤੇ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਨੇ ਕਿਹਾ ਕਿ ਅਸੀਂ ਵੀ ਗੁਰੂ ਨੂੰ ਆਪਣੇ ਨੂੰ ਯਾਦ ਕਰਨਾ ਹੈ। ਸਿੱਖ ਵਾਸਤੇ ਤਾਂ ਭਾਵੇਂ ਹਰ ਰੋਜ਼ ਹੀ ਦੀਵਾਲੀ ਹੈ, ਵਿਗਿਆਨ ਦਾ ਦੀਵਾ ਆਪਣੇ ਅੰਦਰ ਬਾਲਣਾ, ਗੁਰੂ ਕੀ ਬਾਣੀ ਦਾ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਚਾਨਣ ਦੇਣ ਵਾਲੀ ਹੈ। ਗੁਰਬਾਣੀ ਦਾ ਗਿਆਨ ਦਾ ਦੀਵਾ ਬਾਲ ਕੇ ਅਸੀਂ ਆਪਣੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ, ਤਾਂ ਕਿ ਅਸੀਂ ਜਮਾਂ ਤੋਂ ਬਚ ਜਾਈਏ, ਜਨਮ ਮਰਨ ਸਾਡਾ ਕੱਟਿਆ ਜਾਵੇ। ਸੋ ਇਸ ਤਰ੍ਹਾਂ ਹੀ ਵਿਸਾਖੀ ਦੇ ਦਿਹਾੜੇ ਨੂੰ ਵੀ ਮਹਾਰਾਜ ਜੀ ਨੇ ਕਿਰਪਾ ਕੀਤੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਵਿਸਾਖੀ ਦਾ ਦਿਹਾੜਾ ਸ਼ੁਰੂ ਕੀਤਾ। ਉਦੋਂ ਲੋਕ ਕੀ ਕਰਦੇ ਸੀ, ਗਾਉਣ ਦੇ ਵਿੱਚ, ਖਾਣ ਪੀਣ ਵਿੱਚ ਮਸਤ ਹੋ ਜਾਣਾ, ਵਿਸਾਖ ਨੂੰ ਮੇਲਾ ਲਾਉਣਾ, ਭੰਗੜੇ ਪਾਉਣੇ। ਅਤੇ ਮਹਾਰਾਜ ਜੀ ਨੇ ਖਾਲਸੇ ਦੀ ਸਥਾਪਨਾ ਕੀਤੀ। ਵਿਸਾਖੀ ਵਾਲੇ ਦਿਨ ਖਾਲਸਾ ਸਾਜ ਕੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਇੱਕ ਨਵਾਂ ਤਿਉਹਾਰ ਦੇ ਦਿੱਤਾ ਕਿ ਵਿਸਾਖੀ ਦਾ ਦਿਹਾੜਾ ਸਿੱਖ ਜਿਹੜਾ ਆਪਣੇ ਜਨਮ ਦਿਨ ਦੇ ਨਾਲ ਮਨਾਵੇਗਾ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਜਦੋਂ ਇਹ ਦੁਸਹਿਰਾ ਜਿਹੜਾ ਮਨਾਇਆ ਜਾਂਦਾ ਨਾ, ਇਹਨੂੰ ਦੋ ਤਰ੍ਹਾਂ ਦੇ ਮਤ ਸੀ ਇੱਥੇ ਪ੍ਰਚਲਿਤ ਹਿੰਦੁਸਤਾਨ ਦੇ ਵਿੱਚ। ਜਿਹੜੇ ਹਿੰਦੂ ਲੋਕ ਨੇ ਉਹਨਾਂ ਦੇ ਵਿੱਚ ਇੱਕ ਸੀ ਵੈਸ਼ਨਵ, ਜਿਹਨਾਂ ਨੂੰ ਵੈਸ਼ਨੂ ਕਹਿ ਦਿੰਦੇ। ਵੈਸ਼ਨੂ ਤਾਂ ਅੱਜ ਆਮ ਹੀ ਕਹਿ ਦਿੰਦੇ ਨਾ, ਜਿਹੜਾ ਮਾਸ ਮੂਸ ਨਹੀਂ ਖਾਂਦਾ, ਸ਼ਰਾਬ ਨਹੀਂ ਪੀਂਦਾ, ਮਾਸ ਨਹੀਂ ਖਾਂਦਾ, ਆਪਾਂ ਕਹਿ ਦਿੰਦੇ ਵੈਸ਼ਨੂ ਆ। ਪਰ ਵੈਸ਼ਨੂ ਕੌਣ ਸੀ ਅਸਲ 'ਚ? ਵੈਸ਼ਨੂ ਉਹ ਜਿਹੜੇ ਵਿਸ਼ਨੂੰ ਦੀ ਪੂਜਾ ਕਰਨ ਵਾਲੇ। ਇੱਕ ਸੀ ਸਾਕਤ, ਜੋ ਸ਼ਕਤੀ ਦੀ ਪੂਜਾ ਕਰਨ ਵਾਲੇ। ਹੁਣ ਜਿਹੜਾ ਇਹ ਦੁਸਹਿਰਾ ਹੈ ਨਾ, ਅਸਲ 'ਚ ਰਾਮ ਚੰਦਰ ਨੇ ਜਿੱਤਿਆ, ਜਿੱਤ ਦੀ ਪ੍ਰਤੀਕ ਨੂੰ ਮਨਾਉਂਦੇ
ਉਹ ਕੀ ਕਰਦੇ ਆ, ਜਿਹੜੇ ਰਾਮ ਚੰਦਰ ਦੀ ਪੂਜਾ ਕਰਦੇ ਆ, ਵਿਸ਼ਨੂੰ ਨੂੰ ਮੰਨਣ ਵਾਲੇ ਆ, ਕਿਉਂਕਿ ਰਾਮ ਚੰਦਰ ਜੀ ਵੀ ਵਿਸ਼ਨੂੰ ਦੇ ਅਵਤਾਰ ਹੋਏ ਨੇ। ਅਤੇ ਉਹ ਕੀ ਕਰਦੇ ਆ ਕਿ 9 ਦਿਨ ਪਹਿਲਾਂ, ਜਿੱਦਣ ਦਸਵੀਂ ਹੁੰਦੀ ਹੈ ਨਾ, 9 ਦਿਨ ਪਹਿਲਾਂ ਨਰਾਤਰੇ ਹੁੰਦੇ ਆ, 9 ਨਰਾਤਰੇ। ਅਤੇ ਉਹ 9 ਨਰਾਤਰਿਆਂ ਨੂੰ ਕੀ ਕਰਦੇ ਆ ਕਿ ਰਾਮਲੀਲਾ ਖੇਡੀ ਜਾਂਦੀ ਹੈ। ਆਪਾਂ ਦੇਖੀ ਆ ਅੱਜ ਤੋਂ ਅੱਜ ਵੀ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਰਾਮਲੀਲਾ ਹੁੰਦੀ ਆ, ਪਰ ਅੱਜ ਤੋਂ ਕੋਈ 15-20 ਸਾਲ ਪਿੱਛੇ ਬਹੁਤ ਜ਼ਿਆਦਾ ਪ੍ਰਚਲਨ ਸੀ ਇਹਦਾ। ਪਿੰਡਾਂ ਦੇ ਵਿੱਚ ਲੋਕ ਰਾਮਲੀਲਾ ਖੇਡਦੇ ਸੀ। ਉਹਦੇ ਵਿੱਚ ਕੀ ਹੁੰਦਾ ਵੀ ਰਾਮ ਦੇ ਜਿੰਨੀਆਂ ਲੀਲਾਵਾਂ ਕੌਤਕ ਨੇ ਉਹ ਕੀਤੇ ਜਾਂਦੇ ਆ। ਕੋਈ ਰਾਮ ਬਣ ਜਾਂਦਾ, ਕੋਈ ਲਛਮਣ ਬਣਦਾ, ਕੋਈ ਸੀਤਾ ਬਣਦਾ, ਕੋਈ ਹਨੂੰਮਾਨ ਬਣਦਾ, ਕੋਈ ਰਾਵਣ ਬਣਦਾ। ਉਹ 9 ਦਿਨਾਂ ਦੇ ਵਿੱਚ ਰਾਮਲੀਲਾ ਜਿਹੜੀ ਆ ਖੇਡੀ ਜਾਂਦੀ। ਅਤੇ 10ਵੇਂ ਦਿਨ ਕੀ ਹੁੰਦਾ ਹੈ, 10ਵੇਂ ਦਿਨ ਰਾਵਣ ਦਾ ਵੱਧ ਕੀਤਾ ਜਾਂਦਾ। ਅਤੇ ਜਿਹੜੇ ਵਿਸ਼ਨੂੰ ਦੀ ਪੂਜਾ ਕਰਨ ਵਾਲੇ ਵੈਸ਼ਨਵ ਨੇ ਉਹ ਰਾਮਲੀਲਾ ਖੇਡਦੇ ਨੇ। ਅਤੇ ਜਿਹੜੇ ਸਾਕਤ ਨੇ, ਸ਼ਕਤੀ ਦੇ ਉਪਾਸਕ ਨੇ, ਸ਼ਕਤੀ ਦੀ ਪੂਜਾ ਕਰਨ ਵਾਲੇ, ਸ਼ਕਤੀ ਦੇ ਉਪਾਸਕ ਭਾਵ ਦੁਰਗਾ ਦੇ, ਕਾਲੀ ਦੇ ਉਪਾਸਕ ਮੰਨੇ ਜਾਂਦੇ। ਜਿਹੜੀਆਂ 10 ਦੇਵੀਆਂ ਮੰਨੀਆਂ, ਜਿਹਦੇ ਵਿੱਚ ਕਮਲਾ ਦੇਵੀ, ਮਤੰਗੀ ਦੇਵੀ, ਤਾਰਾ ਦੇਵੀ, ਭਵਨੇਸ਼ਵਰੀ, ਇਸ ਤਰ੍ਹਾਂ ਕਾਲੀ, ਇਹ 10 ਦੇਵੀਆਂ ਆਦਿਕ ਜਿਹੜੀਆਂ ਮੰਨੀਆਂ ਗਈਆਂ, ਉਹਨਾਂ ਦੀ ਪੂਜਾ ਕਰਦੇ ਆ। ਦੇਖਿਓ ਇੱਧਰ ਆਪਣੇ ਜ਼ਿਆਦਾਤਰ ਲੋਕ ਜਿਹੜੇ ਆ ਰਾਮ ਦੀ ਪੂਜਾ ਕਰਦੇ ਆ, ਰਾਮਲੀਲਾ ਖੇਡਦੇ ਆ। ਜਦੋਂ ਆਪਾਂ ਬਿਹਾਰ ਦੇ ਵੱਲ ਜਾਈਏ ਨਾ, ਬਿਹਾਰ ਵਾਲੀ ਸਾਈਡ ਦੇ ਉੱਤੇ ਲੋਕ ਕੀ ਕਰਦੇ ਆ, ਉੱਥੇ ਰਾਮਲੀਲਾ ਨਹੀਂ ਖੇਡਦੇ ਜ਼ਿਆਦਾਤਰ। ਉੱਥੇ ਕਿਤੇ ਜੇ ਤੁਹਾਨੂੰ ਦੁਸਹਿਰੇ ਦੇ ਦਿਨਾਂ ਦੇ ਜੇ ਜਾਣ ਦਾ ਮੌਕਾ ਮਿਲੇ, ਉਹ ਕੀ ਕਰਦੇ, ਰਾਤ ਨੂੰ ਜਗਰਾਤੇ ਕਰਦੇ ਆ। ਉੱਥੇ ਜਗਰਾਤੇ ਕੀਤੇ ਜਾਂਦੇ ਆ। ਜਿਹੜੇ ਸ਼ਕਤੀ ਦੇ ਉਪਾਸਕ ਨੇ ਉਹ ਜਗਰਾਤੇ ਕਰਦੇ ਆ। ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੇਖਿਆ ਕਿ ਇਹ ਲੋਕ ਜਿਹੜੇ ਨੇ ਅਸਲ ਤੱਤ ਤੋਂ ਭੁੱਲ ਕੇ ਇੱਕ ਸ਼ਕਤੀ ਦਾ ਉਪਾਸਕ ਹੈ, ਅਤੇ ਉਹਦੇ ਵਿੱਚ ਕੀ ਕਮੀਆਂ ਆ ਗਈਆਂ ਸੀ। ਹੁਣ ਰਾਤ ਨੂੰ ਜਗਰਾਤੇ ਕਰਦੇ ਆ, ਉਹਦੇ ਵਿੱਚ ਵੀ ਠੀਕ ਹੈ, ਆਪਣੇ ਧਰਮ ਨੂੰ ਮੰਨਣਾ ਹਰੇਕ ਕਿਸੇ ਨੂੰ ਚਾਹੀਦਾ ਜਿਹੜੇ ਧਰਮ 'ਚ ਪੈਦਾ ਹੋਇਆ, ਪਰ ਜਿਹੜੀਆਂ ਕਮੀਆਂ ਨੇ ਕੁਝ ਉਹਨਾਂ ਨੂੰ ਵੀ ਦੂਰ ਕਰਨਾ ਚਾਹੀਦਾ। ਉਹਦੇ ਵਿੱਚ ਗਾਉਣ ਵਜਾਉਣ, ਡੀਜੇ ਆਦਿਕ ਲਾ ਕੇ ਨੱਚਣਾ, ਰਾਮਲੀਲਾ ਦੇ ਵਿੱਚ ਵੀ ਕਈ ਵਾਰ ਵੇਖਿਆ ਜਾਂਦਾ ਗਾਲੀ ਗਲੋਚ ਵੀ ਕਰਦੇ, ਹਾਸਾ ਮਜ਼ਾਕ ਵੀ ਕਰਨ ਲੱਗ ਪੈਂਦੇ। ਅਤੇ ਮਹਾਰਾਜ ਜੀ ਨੇ ਵੇਖਿਆ ਕਿ ਜਿਹੜੇ ਸਿੱਖਾਂ ਨੂੰ ਅਸੀਂ ਗੁਰਮਤ ਦਾ ਪਾਠ ਪੜ੍ਹਾਇਆ, ਉਹਨਾਂ ਨੂੰ ਗੁਰਮਤ ਦੀ ਰੌਸ਼ਨੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤਿਉਹਾਰ ਦਈਏ, ਕਿਉਂਕਿ ਮਹਾਰਾਜ ਜੀ ਦੀ ਸਿੱਖੀ ਨੂੰ ਮੰਨਣ ਵਾਲੇ ਜਿਹੜੇ ਲੋਕ ਸਨ, ਉਹ ਜਿਹੜੇ ਮੰਦਿਰਾਂ ਵਿੱਚੋਂ ਧੱਕੇ ਵੱਜੇ ਗਰੀਬ ਗੁਰਬੇ ਲੋਕ ਸਨ, ਉਹਨਾਂ ਨੂੰ ਹੀ ਮਹਾਰਾਜ ਜੀ ਨੇ ਆਪਣੇ ਚਰਨਾਂ ਨਾਲ ਜੋੜਿਆ ਸੀ। ਅਤੇ ਮਹਾਰਾਜ ਜੀ ਨੇ ਵੇਖਿਆ ਕਿ ਰਹਿਣਾ ਤਾਂ ਇਹਨਾਂ ਨੇ ਨਗਰਾਂ ਦੇ ਵਿੱਚ ਹੀ ਹੈ, ਉਹਨਾਂ ਲੋਕਾਂ ਦੇ ਵਿੱਚ ਹੈ, ਫਿਰ ਉਹਨਾਂ ਦੇ ਮਗਰ ਲੱਗ ਕੇ ਕਿਤੇ ਇਸ ਤਰ੍ਹਾਂ ਹੀ ਆਪਣੇ ਤਿਉਹਾਰ ਹਿੰਦੂ ਮਤ ਦੇ ਅਨੁਸਾਰ ਹੀ ਨਾ ਕਿਤੇ ਮਨਾਉਣ ਲੱਗ ਪੈਣ। ਅਤੇ ਮਹਾਰਾਜ ਜੀ ਨੇ ਉਹਦੇ ਨੂੰ ਤਬਦੀਲ ਕਰ ਦਿੱਤਾ। ਜੋ ਇਹ ਦੁਸਹਿਰੇ ਦਾ ਪੂਜਨ ਸੀ ਨਾ, ਮਹਾਰਾਜ ਜੀ ਨੇ ਉਹਨੂੰ ਪੂਜਨ ਕਰ ਦਿੱਤਾ ਸ਼ਸਤਰ ਪੂਜਾ ਦੇ ਦਿਨ ਦੇ ਵਿੱਚ। ਆਮ ਹੀ ਤੁਸੀਂ ਦੇਖਦੇ ਹੋਵੋਗੇ ਅੱਜ ਕੱਲ੍ਹ ਜੋ ਮੀਡੀਆ ਦਾ ਯੁੱਗ ਹੈ, ਨੈੱਟ ਦਾ ਯੁੱਗ ਹੈ, ਤੁਸੀਂ ਦੇਖਦੇ ਹੋ ਕਿ ਕੀ ਵਟਸਐਪ ਦੇ ਉੱਤੇ, ਫੇਸਬੁੱਕ ਦੇ ਉੱਤੇ ਮੈਸੇਜ ਆ ਰਹੇ ਆ ਕਿ ਹਜ਼ੂਰ ਸਾਹਿਬ ਸ਼ਸਤਰ ਪੂਜਾ ਹੁੰਦੀ ਹੈ ਦੁਸਹਿਰੇ ਵਾਲੇ ਦਿਨ, ਜਾਂ ਕਈ ਥਾਵਾਂ ਦੇ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਸਤਰ ਪੂਜਾ ਦਾ ਜਿਹੜਾ ਇਹ ਮਹੱਲਾ, ਇਹ ਦਿਨ ਹੈ ਜਿਹੜਾ ਮਨਾਇਆ ਜਾਂਦਾ। ਅਤੇ ਨਿਹੰਗ ਸਿੰਘ ਜਿਹੜੇ ਮਹੱਲੇ ਵੀ ਕੱਢਦੇ ਆ। ਇਹ ਕੋਈ ਉਹਨਾਂ ਨੇ ਆਪਣੇ ਆਪ ਨਹੀਂ ਸ਼ੁਰੂ ਕੀਤਾ, ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦੱਸੀ ਹੋਈ ਮਰਿਆਦਾ ਹੈ, ਉਹਦੇ ਅਨੁਸਾਰ ਇਹ ਚੱਲਦੇ ਆ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੱਥੇ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਸਿੱਖ ਨੂੰ, ਅਤੇ ਸਿੱਖ ਉੱਥੇ ਨਾਲ ਹੀ ਅਕਾਲ ਪੁਰਖ ਦੀ ਸ਼ਕਤੀ ਹੈ ਉਹਦਾ ਵੀ ਪੁਜਾਰੀ ਹੈ। ਕਿਉਂਕਿ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ ਉਹ ਸ਼ਕਤੀ ਤੋਂ ਵੱਖਰੀ ਨਹੀਂ ਹੋ ਸਕਦੀ। ਆਪਾਂ ਹੁਣ ਅਰਦਾਸ ਕਰਦੇ ਹਾਂ ਨਾ, ਅਰਦਾਸ ਦੇ ਵਿੱਚ ਇਹ ਸ਼ਬਦ ਪੜ੍ਹੇ ਜਾਂਦੇ, ਭਾਵੇਂ ਕਈਆਂ ਨੇ ਕੋਸ਼ਿਸ਼ ਕੀਤੀ ਉਹਨਾਂ ਸ਼ਬਦਾਂ ਨੂੰ ਬਦਲਣ ਦੀ। ਸ੍ਰੀ ਭਗਉਤੀ ਜੀ ਸਹਾਏ, ਅਰਦਾਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਨਾ, ਅਤੇ ਪੰਗਤੀਆਂ ਇੱਥੋਂ ਮਹਾਰਾਜ ਜੀ ਸ਼ੁਰੂ ਕਰਦੇ, ਪ੍ਰਥਮ ਭਗਉਤੀ ਸਿਮਰਕ ਹੈ। ਭਗਉਤੀ ਦਾ ਜਦੋਂ ਨਾਂ ਹੁੰਦਾ ਨਾ ਕਈ ਵਾਰ,
ਤੇ ਸਾਡੇ ਜਿਹੜੇ ਕਈ ਜਿਨ੍ਹਾਂ ਨੇ ਕੁਝ ਪੜ੍ਹਿਆ ਨਹੀਂ ਜਾਂ ਸੁਣਿਆ ਨਹੀਂ ਜਾਂ ਕੋਈ ਤਰਕਾਂ ਕਰਨ ਵਾਲੇ ਜਿਹੜੇ ਲੋਕ ਨੇ, ਉਹ ਭਗਉਤੀ ਦਾ ਅਰਥ ਇੱਥੇ ਦੇਵੀ ਕਰ ਲੈਂਦੇ ਆ ਕਿ ਮਹਾਰਾਜ ਜੀ ਦੇਵੀ ਦੀ ਗੱਲ ਕਰਦੇ। ਭਗਉਤੀ ਦਾ ਅਰਥ ਹੈ ਇੱਥੇ ਸ਼ਕਤੀ, ਜੋ ਪ੍ਰਮਾਤਮਾ ਦੀ ਸ਼ਕਤੀ ਹੈ। ਉਸ ਸ਼ਕਤੀ ਨੂੰ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਮਾਤਾ ਵੀ ਕਿਹਾ, ਨਮੋ ਲੋਕ ਮਾਤਾ। ਆਪਾਂ ਇਹ ਵੀ ਪੜ੍ਹਦੇ ਹਾਂ ਮਹਾਰਾਜ ਜੀ ਦੇ ਬਚਨ, ਕਲਗੀਧਰ ਪਾਤਸ਼ਾਹ ਨੇ ਉਸ ਸ਼ਕਤੀ ਨੂੰ ਪ੍ਰਣਾਮ ਕੀਤਾ ਕਿ ਵਾਹਿਗੁਰੂ ਦੀ ਇੱਕ ਸ਼ਕਤੀ ਹੈ, ਉਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਜਿਹਨੂੰ ਏਕਾ ਮਾਈ ਜੁਗਤ ਵਿਆਈ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਮਾਈ ਕਿਹਾ ਤੇ ਕਲਗੀਧਰ ਪਾਤਸ਼ਾਹ ਸ਼ਕਤੀ ਨੂੰ ਕਿਤੇ ਪਿਤਾ ਦੇ ਰੂਪ ਵਿੱਚ ਮੰਨਦੇ ਆ, ਕਿਤੇ ਮਾਤਾ ਦੇ ਰੂਪ ਵਿੱਚ ਮੰਨਦੇ ਆ, ਵੀ ਮਾਤਾ ਵੀ ਉਹ ਹੈ ਪਿਤਾ ਵੀ ਉਹ ਹੈ। ਬਾਣੀ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਬਚਨ ਕਹਿੰਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਵੀ ਤੂੰ ਹੀ ਹੈ ਵਾਹਿਗੁਰੂ ਮੇਰਾ ਪਿਤਾ ਤੇ ਤੂੰ ਹੀ ਮੇਰੀ ਮਾਤਾ ਹੈ। ਤੇ ਉਹ ਮਾਤਾ ਕੀ ਹੈ? ਭਗਉਤੀ ਹੈ, ਉਹਦੀ ਸ਼ਕਤੀ ਹੈ, ਜਿਹੜੀ ਪਰਮਾਤਮਾ ਦੀ ਸ਼ਕਤੀ ਹੈ। ਹੁਣ ਜੇ ਪਰਮਾਤਮਾ ਕੋਲੇ ਸ਼ਕਤੀ ਨਹੀਂ ਤੇ ਜੇ ਸ਼ਕਤੀ ਤੋਂ ਬਿਨਾਂ ਪਰਮਾਤਮਾ ਕੁਝ ਕਰ ਸਕਦਾ? ਆ ਸ਼ਕਤੀ ਨਾਲ ਹੀ ਸਾਰਾ ਸੰਸਾਰ ਬਣਿਆ ਨਾ, ਸਾਰੀ ਸ੍ਰਿਸ਼ਟੀ ਜਿਹੜੀ ਬਣੀ ਹੈ ਸ਼ਕਤੀ ਦੇ ਨਾਲ ਹੀ ਬਣੀ। ਜੇ ਪਰਮਾਤਮਾ ਕੋਲ ਕੋਈ ਸ਼ਕਤੀ ਨਹੀਂ ਫਿਰ ਉਹ ਐਨਰਜੀ, ਸ਼ਕਤੀ ਦਾ ਅਰਥ ਕੀ? ਐਨਰਜੀ, ਤਾਕਤ, ਪਾਵਰ। ਹੁਣ ਸਾਡੇ ਸਰੀਰ 'ਚ ਸ਼ਕਤੀ ਹੈ ਤਾਂ ਅਸੀਂ ਬੋਲਦੇ ਹਾਂ, ਬੋਲਣ ਦੀ ਸ਼ਕਤੀ ਹੈ ਨਾ, ਦੇਖਣ ਦੀ ਸ਼ਕਤੀ ਹੈ, ਸੁਣਨ ਦੀ ਸ਼ਕਤੀ ਹੈ, ਹੱਥਾਂ ਨਾਲ ਕੰਮ ਕਰਨ ਦੀ ਸ਼ਕਤੀ ਹੈ, ਪੈਰਾਂ ਨਾਲ ਤੁਰਨ ਦੀ ਸ਼ਕਤੀ ਹੈ। ਹੁਣ ਸ਼ਕਤੀ ਦੇ ਨਾਲ ਹੀ ਪੈਰ ਤੁਰਦੇ ਨੇ ਨਾ। ਜੇ ਸਰੀਰ ਵਿੱਚੋਂ ਸ਼ਕਤੀ, ਪੈਰਾਂ ਵਿੱਚ ਸ਼ਕਤੀ ਨਾ ਹੋਵੇ ਪੈਰ ਕਿੱਥੋਂ ਤੁਰਨਗੇ? ਅੱਖਾਂ ਦੇ ਵਿੱਚ ਦੇਖਣ ਦੀ ਸ਼ਕਤੀ ਨਾ ਹੋਵੇ ਤਾਂ ਫਿਰ ਅੱਖਾਂ ਕਿੱਥੋਂ ਦੇਖਣਗੀਆਂ? ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਾ ਹੋਵੇ ਕੰਨ ਕਿੱਥੋਂ ਸੁਣਨਗੇ? ਸਰੀਰ ਵਿੱਚ ਸ਼ਕਤੀ ਹੈ ਤਾਂ ਸਰੀਰ ਤੁਰਦਾ। ਇੱਕ ਆਦਿ ਸ਼ੰਕਰਾਚਾਰੀਆ ਹੋਏ ਦੱਖਣ ਦੇਸ਼ ਦੇ ਵਿੱਚ, ਉਹਨਾਂ ਦੇ 4 ਮੱਠ ਨੇ ਤੇ ਉਹਨਾਂ ਨੇ ਵੀ ਜਿਹੜਾ ਹੈ ਬ੍ਰਹਮ ਦੀ ਉਪਾਸਨਾ ਕੀਤੀ ਕਿ ਸਭ ਕੁਝ ਬ੍ਰਹਮ ਹੀ ਹੈ। ਸ਼ਕਤੀ ਦਾ ਖੰਡਨ ਕੀਤਾ ਉਹਨਾਂ ਨੇ ਪਹਿਲਾਂ ਪਹਿਲ। ਇਹ ਸੰਤ ਮਹਾਂਪੁਰਸ਼ ਕਥਾ ਵਿੱਚ ਸੁਣਾਉਂਦੇ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਉਹਨਾਂ ਨੇ ਉਹਨਾਂ ਦਾ ਜੀਵਨ ਪੜ੍ਹਿਆ। ਕਹਿੰਦੇ ਉਹਨਾਂ ਨੇ ਲਿਖਿਆ ਆਪ, ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਕਿ ਉਹ ਸ਼ਕਤੀ ਦਾ ਖੰਡਨ ਕਰਨ ਵਾਸਤੇ ਸ਼ਕਤੀ ਦੀ ਪੂਜਾ ਜਿਹੜੀ ਜ਼ਿਆਦਾ ਪਹਾੜਾਂ ਵਿੱਚ ਕੀਤੀ ਜਾਂਦੀ, ਜਿਵੇਂ ਜੰਮੂ ਕਸ਼ਮੀਰ, ਹਿਮਾਚਲ ਦਾ ਇਲਾਕਾ, ਇੱਧਰਲੇ ਲੋਕ ਜਿਹੜੇ ਸ਼ਕਤੀ ਦੇ ਉਪਾਸਕ ਜ਼ਿਆਦੇ। ਤੇ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਖੰਡਨ ਕਰਨਾ, ਕਸ਼ਮੀਰ ਵਿੱਚ ਗਏ ਤਾਂ ਉੱਥੇ ਜਦੋਂ ਗਏ ਕਿ ਸਰੀਰ ਢਿੱਲਾ ਹੋ ਗਿਆ, ਮਰੋੜ ਲੱਗ ਪਏ, ਕਮਜ਼ੋਰੀ ਹੋ ਗਈ, ਮੰਜੇ ਤੇ ਪਏ ਆ, ਤੁਰ ਵੀ ਨਹੀਂ ਹੁੰਦਾ। ਕਹਿੰਦੇ ਕਿ 4 ਸਾਲ ਦੀ ਬੱਚੀ ਆਈ ਤੇ ਉਹ ਬੱਚੀ ਆ ਕੇ ਪੁੱਛਦੀ, ਬਾਬਾ ਤੁਸੀਂ ਕਿੱਥੋਂ ਆਏ ਹੋ? ਤੇ ਉਹ ਕਹਿਣ ਲੱਗਾ ਕਿ ਮੈਂ ਦੱਖਣ ਤੋਂ ਆਇਆ। ਕਹਿਣ ਲੱਗੇ ਇੱਥੇ ਕੀ ਕਰਨ ਆਏ ਸੀ? ਤੇ ਅੱਗੋਂ ਆਦਿ ਸ਼ੰਕਰਾਚਾਰੀਆ ਕਹਿਣ ਲੱਗੇ ਮੈਂ ਇੱਥੇ ਆਇਆ ਸੀ ਸ਼ਕਤੀ ਦਾ ਖੰਡਨ ਕਰਨ ਵਾਸਤੇ, ਕਿ ਤੁਸੀਂ ਲੋਕ ਸ਼ਕਤੀ ਦੀ ਪੂਜਾ ਕਰਦੇ ਹੋ ਤੇ ਮੈਂ ਸ਼ਕਤੀ ਦਾ ਖੰਡਨ ਕਰਨ ਵਾਸਤੇ ਆਇਆ ਸੀ। ਤੇ ਕਹਿਣ ਲੱਗੇ ਫਿਰ ਸ਼ਕਤੀ ਦਾ ਖੰਡਨ ਕਿਉਂ ਨਹੀਂ ਕਰਦੇ? ਜਾਓ ਜਾ ਕੇ ਪੰਡਤਾਂ ਨਾਲ ਵਿਚਾਰ ਕਰੋ। ਕਹਿਣ ਲੱਗੇ ਮੈਥੋਂ ਉੱਠ ਨਹੀਂ ਹੁੰਦਾ, ਮੇਰੇ ਸਰੀਰ 'ਚ ਸ਼ਕਤੀ ਹੈ ਨਹੀਂ ਉੱਠਣ ਦੀ। ਤੇ ਅੱਗੋਂ ਬੱਚੀ ਕਹਿਣ ਲੱਗੀ, ਬਾਬਾ ਜਿਹੜੀ ਸ਼ਕਤੀ ਦਾ ਤੂੰ ਖੰਡਨ ਕਰਨ ਆਇਆ, ਉਸ ਸ਼ਕਤੀ ਦਾ ਖੰਡਨ ਕਰਨ ਵਾਸਤੇ ਵੀ ਸਰੀਰ 'ਚ ਸ਼ਕਤੀ ਚਾਹੀਦੀ ਹੈ। ਉਹ ਸ਼ਕਤੀ ਦਾ ਖੰਡਨ ਕਰਨ ਵਾਸਤੇ ਵੀ ਸਰੀਰ 'ਚ ਸ਼ਕਤੀ ਚਾਹੀਦੀ ਹੈ ਤੈਨੂੰ, ਤੇ ਫਿਰ ਤੂੰ ਖੰਡਨ ਕਾਹਦਾ ਕਰੇਂਗਾ? ਇਸ ਕਰਕੇ ਸ਼ਕਤੀ ਹਰ ਪਾਸੇ ਜ਼ਰੂਰੀ ਹੈ। ਆਹ ਦੇਖੋ ਆਪਾਂ ਦੇਖਦੇ ਹਾਂ ਲਾਈਟਾਂ ਚੱਲਦੀਆਂ ਨੇ, ਬਲਬ ਚੱਲਦੇ ਨੇ, ਟਿਊਬਾਂ ਨੇ, ਪੱਖੇ ਨੇ, ਇਹ ਕਿਹਦੇ ਨਾਲ ਚੱਲਦੇ ਆ? ਸ਼ਕਤੀ ਨਾਲ ਚੱਲਦੇ ਨਾ। ਐਨਰਜੀ ਹੈ, ਇੱਕ ਪਾਵਰ ਹੈ, ਵਿੱਚ ਬਿਜਲੀ ਹੈ। ਜੇ ਹੁਣ ਬਲਬ ਲੱਗਾ ਹੋਇਆ ਉਹ ਜਗੇ ਨਾ, ਉਹਦੇ 'ਚ ਕਰੰਟ ਹੀ ਨਾ ਆਵੇ, ਸ਼ਕਤੀ ਨਾ ਹੋਵੇ ਤਾਂ ਜਗੇ ਨਾ ਫਿਰ ਉਹ। ਇਸ ਕਰਕੇ ਸ਼ਕਤੀ ਦਾ ਉਪਾਸਕ ਮਹਾਰਾਜ ਜੀ ਕਹਿੰਦੇ, ਕਲਗੀਧਰ ਪਾਤਸ਼ਾਹ ਉਸ ਪ੍ਰਮਾਤਮਾ ਦੀ ਸ਼ਕਤੀ ਨੂੰ ਕਹਿੰਦੇ ਆ ਭਗਉਤੀ, ਕਿਸੇ ਦੇਵੀ ਨੂੰ ਨਹੀਂ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਵਿਦਿਆਰਥੀ ਹੋਏ ਬਾਬਾ ਗਿਆਨੀ ਅਜੀਤ ਸਿੰਘ ਜੀ, ਪਟਨਾ ਸਾਹਿਬ ਕਾਫੀ ਸਮਾਂ ਹੋ ਰਹੇ। ਤੇ ਸੂਰਮੇ ਸਿੰਘ ਸਨ, ਭਾਵ ਕੇ ਅੱਖਾਂ ਨਹੀਂ ਸੀ ਉਹ ਉਹਨਾਂ ਦੇ, ਜਿਨ੍ਹਾਂ ਨੂੰ ਆਪਾਂ ਉਹ ਸੂਰਮਾ ਸਿੰਘ ਸਾਡੇ ਖਾਲਸੇ ਦਾ ਬੋਲਾ ਹੈ।
ਵੀ ਕਹਿ ਦਈਏ ਕਿ ਅੰਨੇ ਸੀ ਉਹ। ਤੇ 4 ਜਿਹੜੇ ਵਿਦਿਆਰਥੀ ਮਹਾਂਪੁਰਸ਼ਾਂ ਨੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਸੀ ਨਾ, ਉਹਨਾਂ ਨੂੰ ਪੜ੍ਹਾਇਆ ਸੀ 4 ਵਿਦਿਆਰਥੀਆਂ ਨੂੰ। ਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਉਹਨਾਂ ਨੇ ਕਿਹੜਾ ਇੱਕ ਵਾਰ ਪੁੱਛਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਿ ਮਹਾਂਪੁਰਸ਼ੋ ਵੀ ਕਲਗੀਧਰ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਦੇਵੀ ਜੀ ਕੀ ਉਸਤਤ, ਸ੍ਰੀ ਭਗਉਤੀ ਜੀ ਕੀ ਉਸਤਤ ਬਚਨ ਕੀਤੇ ਲਿਖੇ ਆ। ਤੇ ਉੱਥੇ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਐਂ ਪ੍ਰਤੀਤ ਹੁੰਦਾ ਕਿ ਕਿਤੇ ਅਸੀਂ ਦੇਵੀ ਦੀ ਪੂਜਾ ਤਾਂ ਨਹੀਂ ਕਰੀ ਜਾਂਦੇ, ਕਿਸੇ ਚੰਡੀ ਨੂੰ ਜਾਂ ਕਾਲੀ ਨੂੰ ਜਾਂ ਦੁਰਗਾ ਨੂੰ ਜਾਂ ਤਾਰਾ ਦੇਵੀ ਨੂੰ ਜਾਂ ਕਿਸੇ ਹੋਰ ਨੂੰ ਮੰਨੀ ਜਾਂਦੇ ਹੋਈਏ। ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਹਿਣ ਲੱਗੇ ਨਹੀਂ, ਸਿੱਖ ਜਿਹੜਾ ਹੈ ਸ਼ਕਤੀ ਦਾ ਪੁਜਾਰੀ ਹੈ, ਪਰ ਜਿਹੜਾ ਸ਼ਕਤਾ ਹੈ, ਸ਼ਕਤਾ ਵਾਹਿਗੁਰੂ ਹੈ, ਉਹ ਸ਼ਕਤੀ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਕਹਿੰਦੇ ਇੱਕ ਭਲਵਾਨ ਹੋਵੇ, ਪਹਿਲਵਾਨ ਹੋਵੇ, ਉਹ ਘੁਲਦਾ ਹੈ, ਪਰ ਜੇ ਪਹਿਲਵਾਨ ਵਿੱਚ ਸ਼ਕਤੀ ਨਹੀਂ ਤੇ ਪਹਿਲਵਾਨ ਕਾਹਦਾ ਉਹ? ਜੇ ਪਹਿਲਵਾਨ ਦੇ ਵਿੱਚ ਸ਼ਕਤੀ ਨਹੀਂ ਹੈ ਘੁਲਣ ਦੀ ਤੇ ਫਿਰ ਉਹ ਪਹਿਲਵਾਨ ਕਾਹਦਾ ਹੋਵੇਗਾ? ਇਸੇ ਤਰ੍ਹਾਂ ਹੀ ਵਾਹਿਗੁਰੂ ਜਿਹੜਾ ਹੈ ਉਹਦੀ ਸ਼ਕਤੀ ਹੈ ਇੱਕ, ਜਿਹਦੇ ਕਰਕੇ ਸੰਸਾਰ ਸਾਰਾ, ਉਸ ਸ਼ਕਤੀ ਨੂੰ ਮਹਾਰਾਜ ਜੀ ਨੇ ਕਿਰਪਾਨ ਗਿਆ। ਸਭ ਤੋਂ ਜਿਹੜਾ ਸ਼ਸਤਰ ਹੈ ਨਾ, ਮੇਨ ਸ਼ਸਤਰ ਸ੍ਰੀ ਸਾਹਿਬ ਹੈ, ਤੇ ਸ੍ਰੀ ਸਾਹਿਬ ਨੂੰ ਮਹਾਰਾਜ ਜੀ ਨੇ ਭਗਉਤੀ ਕਿਹਾ। ਇਹ ਪ੍ਰਮਾਤਮਾ ਦੀ ਸ਼ਕਤੀ ਹੈ। ਤੇ ਮਹਾਰਾਜ ਜੀ ਨੇ ਤਾਂ ਹੀ ਦੇਖਿਓ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਿਆਦਾ ਬਣਾਈ ਕਿ ਦੇਖਿਓ ਇੱਕ ਸ਼ਕਤੀ ਦੇ ਉਪਾਸ਼ਕ ਨੇ, ਇੱਕ ਵਿਸ਼ਨੂੰ ਦੇ ਉਪਾਸ਼ਕ ਨੇ, ਪਰ ਉਹਨਾਂ ਵਿੱਚ ਕਮੀਆਂ ਨੇ। ਤੇ ਸਿੱਖ ਨੂੰ ਮਹਾਰਾਜ ਜੀ ਨੇ ਫਿਰ ਮਰਿਆਦਾ ਦਿੱਤੀ। ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ, ਹੋਰ ਵੀ ਪੁਰਾਤਨ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਇਹ ਦਿਨ ਆਏ ਨਾ, ਨਰਾਤਰੇ ਸ਼ੁਰੂ ਹੋਏ, ਪਹਿਲਾ ਨਰਾਤਰਾ ਸ਼ੁਰੂ ਹੋਇਆ, ਤਾਂ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਸ਼ਾਸਤਰਾਂ ਦੀ ਸੇਵਾ ਕਰਨੀ ਹੈ, ਸਾਫ ਸਫਾਈ ਕਰਨੀ ਹੈ। ਹੁਣ ਮਹਾਰਾਜ ਜੀ ਦੇ ਕੋਲ ਸ਼ਾਸਤਰ ਤਾਂ ਬਹੁਤ ਸੀ, ਲੱਖਾਂ ਦੀ ਗਿਣਤੀ 'ਚ ਸ਼ਾਸਤਰ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ। ਪਹਿਲਾਂ ਪਹਿਲ ਮਹਾਰਾਜ ਜੀ ਜਿਹੜੇ ਸ਼ਾਸਤਰ ਨੇ ਉਹ ਬਣਾਇਆ ਕਰਦੇ ਸੀ ਮੁਸਲਮਾਨਾਂ ਦੇ ਕੋਲੋਂ। ਮੁਸਲਮਾਨ ਸੀ ਨਾ, ਉਹ ਸ਼ਾਸਤਰ ਵਧੀਆ ਨਹੀਂ ਬਣਾ ਕੇ ਦਿੰਦੇ ਸੀ। ਕਾਰਨ ਉਹਦਾ ਇਹ ਸੀ, ਉਹਨਾਂ ਨੂੰ ਪਤਾ ਸੀ ਕਿ ਮਹਾਰਾਜ ਜੀ ਨੇ ਸਾਡੇ ਵਾਸਤੇ ਹੀ ਵਰਤਣੇ ਨੇ, ਸਾਡੇ ਲੋਕਾਂ ਵਾਸਤੇ ਹੀ ਵਰਤਣੇ ਨੇ। ਫਿਰ ਮਹਾਰਾਜ ਜੀ ਦੇ ਕੋਲੇ ਰਾਜਸਥਾਨ ਦੇ ਵਿੱਚੋਂ ਇੱਕ ਭਾਈ ਰਾਮ ਸਿੰਘ, ਉਹਦਾ ਜ਼ਿਕਰ ਆਉਂਦਾ ਕਿ ਉਹ ਸ਼ਿਕਲੀਗਰ ਸੀ। ਸ਼ਿਕਲੀਗਰ ਦਾ ਮਤਲਬ ਇਹ ਹੁੰਦਾ ਕਿ ਸ਼ਾਸਤਰਾਂ ਨੂੰ, ਹਥਿਆਰਾਂ ਨੂੰ ਸ਼ਿਕਲ ਕਰਨਾ, ਸਫਾਈ ਕਰਨੀ ਉਹਨਾਂ ਦੀ, ਉਹਨਾਂ ਨੂੰ ਚਮਕਦੇ ਬਣਾਉਣਾ, ਉਹਨਾਂ ਨੂੰ ਸ਼ਿਕਲੀਗਰ ਕਿਹਾ ਜਾਂਦਾ, ਜਿਹੜੇ ਸ਼ਾਸਤਰਾਂ ਦੀ ਸਾਫ ਸਫਾਈ ਕਰਦੇ ਆ। ਸ਼ਾਸਤਰ ਬਣਾਉਂਦੇ ਵੀ ਆ ਤੇ ਸਾਫ ਸਫਾਈ ਵੀ ਕਰਦੇ ਆ। ਤੇ ਭਾਈ ਰਾਮ ਸਿੰਘ ਕਹਿੰਦੇ ਰਾਜਸਥਾਨ ਤੋਂ ਆਪਣਾ ਪਰਿਵਾਰ ਲੈ ਕੇ, ਗੁਰੂ ਘਰ ਦੇ ਸ਼ਰਧਾਲੂ ਸੀ, ਅਨੰਦਪੁਰ ਸਾਹਿਬ ਆਏ ਤੇ ਉਹ ਸ਼ਾਸਤਰ ਮਹਾਰਾਜ ਜੀ ਨੂੰ ਬਣਾ ਕੇ ਦਿਆ ਕਰਦੇ। ਤੇ ਮਹਾਰਾਜ ਜੀ ਨੇ ਜਿੱਦਣ ਪਹਿਲਾ ਨਰਾਤਰਾ ਸ਼ੁਰੂ ਹੋਇਆ, ਮਹਾਰਾਜ ਜੀ ਨੇ ਸਾਰੇ ਸ਼ਾਸਤਰ ਜਿਹੜੇ ਸੀ ਇਕੱਠੇ ਕਰਵਾਏ। ਹੁਣ ਮਹਾਰਾਜ ਜੀ ਕੋਲੇ ਸ਼ਾਸਤਰ ਬੜੇ, ਉਦੋਂ ਸਿੰਘ ਵੀ ਜਿਹੜੇ ਆ, ਭਾਈ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਕਿ ਸਿੰਘ ਜਿਹੜੇ ਸੀ ਨਾ, ਮਣ ਦੇ ਸਵਾ ਮਣ ਲੋਹਾ ਸਰੀਰ ਤੇ ਧਾਰਨ ਕਰਕੇ ਰੱਖਦੇ ਸੀ। ਕਮਰ ਕੱਸਾ ਸਵਾ ਮਣ ਦਾ ਹੁੰਦਾ ਸੀ। ਕਮਰ ਕੱਸੇ ਦਾ ਵਜਨ ਵੀ, ਕਮਰ ਕੱਸੇ ਵਿੱਚ ਸ਼ਸਤਰ ਹੀ ਇੰਨੇ ਹੁੰਦੇ ਸੀ, ਕਿਰਪਾਨ ਹੋਣੀ, ਖੰਜਰ ਹੋਣੇ, ਵੀ ਉਹਨਾਂ ਦਾ ਭਾਰ ਸਵਾ ਮਣ ਬਣ ਜਾਂਦਾ ਸੀ। ਹੁਣ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ, ਸ਼ਾਮ ਨੂੰ ਕਿਤੇ ਉੱਥੇ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਦੇ ਦਰਸ਼ਨ ਕਰਨ ਗਏ ਤੇ ਜ਼ਰੂਰ ਦੇਖਿਓ, ਉੱਥੇ ਰਾਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਕਮਰ ਕੱਸੇ ਦੇ ਸ਼ਸਤਰ ਨੇ ਨਾ, ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਆ। ਬਹੁਤ ਸ਼ਸਤਰ ਨੇ ਬਾਬਾ ਦੀਪ ਸਿੰਘ ਜੀ ਦੇ ਕਮਰ ਕੱਸੇ ਦੇ ਵੀ, ਇੰਨੇ ਸ਼ਸਤਰ ਸਿੰਘ ਹਮੇਸ਼ਾ ਸਰੀਰ ਤੇ ਲਾ ਕੇ ਰੱਖਦੇ ਸੀ। ਸਵਾ ਮਣ ਭਾਰ ਕਿੰਨਾ ਬਣ ਜਾਂਦਾ। ਇਸ ਕਰਕੇ ਮਹਾਰਾਜ ਜੀ ਦੇ ਸਿੰਘ ਵੀ ਸ਼ਸਤਰ ਤਾਣ ਕੇ ਰੱਖਦੇ ਤੇ ਮਹਾਰਾਜ ਦੇ ਆਪਣੇ ਸ਼ਸਤਰ ਵੀ ਬਹੁਤ ਨੇ। ਮਹਾਰਾਜ ਜੀ ਕਹਿੰਦੇ ਕਿ ਸ਼ਸਤਰਾਂ ਦੀ ਸੇਵਾ ਕਰਨੀ ਹੈ। ਤੇ ਇਹਦੇ ਵਿੱਚ ਇੱਕ ਵਿਗਿਆਨਕ ਕਾਰਨ ਵੀ ਇਹ ਸੀ, ਜੇ ਵੇਖਿਆ ਜਾਵੇ, ਕਿਉਂਕਿ ਇਹ ਅੱਸੂ ਦਾ ਮਹੀਨਾ ਜਾਂ ਕੱਤਕ ਦਾ ਮਹੀਨਾ ਜਿਹੜਾ ਹੈ, ਇਹਦੇ ਵਿੱਚ ਆ ਜਾਂਦਾ ਹੈ ਤਿਉਹਾਰ ਦੁਸਹਿਰੇ ਦਾ। ਤੇ ਹੁਣ ਪਿਛਲੇ ਜਿਹੜੇ ਮਹੀਨੇ 2 ਲੰਘਦੇ ਆ, ਉਹ ਬਰਸਾਤਾਂ ਦੇ ਲੰਘਦੇ ਆ, ਸਾਵਣ ਦੇ ਭਾਦਰੋਂ।
ਜਦੋਂ ਬਰਸਾਤ ਹੁੰਦੀ ਆ, ਮੀਂਹ ਪੈਂਦੇ ਆ ਨਾ, ਉਦੋਂ ਕੀ ਹੁੰਦਾ, ਜਿਹੜੀਆਂ ਲੋਹੇ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਜੰਗ ਪੈ ਜਾਂਦਾ, ਜੰਗਾਲ ਲੱਗ ਜਾਂਦਾ, ਤੇ ਸ਼ਸਤਰਾਂ ਨੂੰ ਵੀ ਜੰਗਾਲ ਲੱਗ ਜਾਂਦਾ। ਤੇ ਮਹਾਰਾਜ ਜੀ ਨੇ ਵੇਖਿਆ ਕਿ ਹੁਣ ਸ਼ਸਤਰ ਜੰਗਾਲੇ ਗਏ ਤੇ ਫਿਰ ਸੂਰਮੇ ਦਾ ਕੀ ਕੰਮ, ਵੀ ਸ਼ਸਤਰ ਜੰਗਾਲਾ ਥੋੜ੍ਹਾ ਵਰਤਣਾ। ਤੇ ਮਹਾਰਾਜ ਜੀ ਨੇ ਵੇਖਿਆ ਕਿ ਇਹ ਜਿਹੜਾ ਸ਼ਸਤਰਾਂ ਨੂੰ ਸਾਫ਼ ਕਰਨ ਦਾ ਸਮਾਂ, ਹੁਣ ਸਾਫ਼ ਕੀਤੇ ਜਾਣ, ਸ਼ਸਤਰ ਸਫਾਈ ਕੀਤੀ ਜਾਵੇ। ਤੇ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਵੀ ਲਿਖਿਆ ਕਿ ਸ਼ਸਤਰ ਜਿਹੜੇ ਨੇ ਸਾਡੇ ਗੁਰੂ ਨੇ। ਸੰਤ ਸਿੰਘ ਜੀ ਮਸਕੀਨ ਕਥਾ ਕਰਦੇ, ਪੰਥ ਦੇ ਪ੍ਰਸਿੱਧ ਵਿਦਵਾਨ ਹੋਏ ਮਹਾਂਪੁਰਸ਼, ਉਹ ਵੀ ਕਹਿੰਦੇ ਉਹਨਾਂ ਨੇ ਵੀ ਆਪਣੇ ਮਨ ਵਿੱਚ ਕਈ ਵਾਰ ਸੋਚਣਾ ਵੀ ਜੋ ਜਾਣਾ ਨਾ ਤਖਤਾਂ 'ਤੇ ਕਥਾ ਕਰਨ ਕਿਤੇ ਸਥਾਨਾਂ 'ਤੇ, ਤੇ ਉਹਨਾਂ ਨੇ ਸੋਚਣਾ ਵੀ ਜਿਹੜੇ ਮੂਹਰੇ ਸ਼ਸਤਰ ਪਏ ਆ ਨਾ ਮਹਾਰਾਜ ਜੀ ਦੇ, ਵੀ ਉਹ ਸ਼ਸਤਰ ਜਿਹੜੇ ਨੇ ਐਵੇਂ ਹੀ ਸਜਾਵਟ ਵਜੋਂ ਰੱਖੇ ਹੋਏ ਆ ਸਿਰਫ। ਕਹਿੰਦੇ ਮੈਂ ਸੋਚਦਾ ਹੁੰਦਾ ਸੀ ਇਹ ਗੱਲ। ਸੰਤ ਸਿੰਘ ਜੀ ਮਸਕੀਨ ਆਪ ਕਥਾ ਵਿੱਚ ਸੁਣਾਉਂਦੇ ਆਪਣੀ 'ਚ, ਕਹਿੰਦੇ ਵੀ ਜਦੋਂ ਮੈਂ ਗੁਰੂ ਘਰ ਦੇ ਵਿੱਚ ਕਿਸੇ ਵੀ ਜਾਣਾ ਤੇ ਉੱਥੇ ਮਹਾਰਾਜ ਜੀ ਦੇ ਮੂਹਰੇ ਚੱਕਰ ਪਏ ਹੋਣੇ, ਤੀਰ, ਸ੍ਰੀ ਸਾਹਿਬਾਂ, ਢਾਲਾਂ, ਇਸ ਤਰ੍ਹਾਂ ਸ਼ਸਤਰ ਪਏ ਹੁੰਦੇ, ਤੇ ਮੇਰੇ ਮਨ ਵਿੱਚ ਆਉਣਾ ਕਈ ਵਾਰ, ਮੈਂ ਸੋਚਣਾ ਕਿ ਇਹ ਤਾਂ ਸਿਰਫ ਸਜਾਵਟ ਵਾਸਤੇ ਹੀ ਰੱਖੇ ਹੋਏ ਆ। ਤੇ ਮਨ ਵਿੱਚ ਬੜਾ ਆਉਣਾ ਕਿ ਸਜਾਵਟ ਵਾਸਤੇ ਹੀ ਨੇ, ਸਿਰਫ ਹੋਰ ਕੋਈ ਕਾਰਨ ਨਹੀਂ। ਕਹਿੰਦੇ ਇੱਕ ਵਾਰ ਕਹਿੰਦੇ ਫਿਰ ਮੈਂ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਿਆ ਨਾ, ਮੇਰੇ ਮਨ ਵਿੱਚ ਸ਼ੰਕਾ ਹੀ ਸੀ। ਕਹਿੰਦੇ ਉੱਥੇ ਮੈਂ ਦਰਸ਼ਨ ਕੀਤੇ, ਕਹਿੰਦੇ ਅੰਦਰ ਜਿੱਥੇ ਤਖਤ ਆ ਮਹਾਰਾਜ ਜੀ ਦਾ, ਤਖਤ ਦੇ ਉੱਤੇ ਹਜ਼ਾਰਾਂ ਹੀ ਸ਼ਸਤਰ ਮਹਾਰਾਜ ਜੀ ਦੇ ਸਜਾਏ ਹੋਏ ਆ। ਸਿੰਘਾਂ ਦੇ ਵੀ ਆ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਸ੍ਰੀ ਸਾਹਿਬਾਂ ਵੀ ਆ, ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਤੇਗਾ ਵੀ ਹੈ, ਤੇ ਹੋਰ ਵੀ ਪੁਰਾਤਨ ਗੁਰਸਿੱਖਾਂ ਦੇ ਸ਼ਸਤਰ ਨੇ, ਮਹਾਰਾਜ ਜੀ ਦੇ ਆਪਣੇ ਵੀ ਸ਼ਸਤਰ ਨੇ ਉਹਦੇ ਵਿੱਚ। ਤੇ ਕਹਿੰਦੇ ਤਖਤ ਦੇ ਉੱਤੇ ਸ਼ਸਤਰ ਨੇ, ਤੇ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਉਹ ਬਾਹਰ ਹੈ, ਪਾਲਕੀ ਦੇ ਵਿੱਚ ਕੀਤਾ ਹੋਇਆ। ਕਹਿੰਦੇ ਮੇਰੇ ਮਨ ਵਿੱਚ ਆਇਆ, ਤੇ ਕਹਿੰਦੇ ਜਦੋਂ ਮੈਂ ਪਰਿਕਰਮਾ ਕੀਤੀ ਨਾ, ਤੇ ਮੇਰੇ ਮਨ ਵਿੱਚ ਇਹ ਸੀ ਕਿ ਮੱਥਾ ਇੱਥੇ ਟੇਕਾਂ ਕਿ ਨਾ ਟੇਕਾਂ। ਜਦੋਂ ਆਪਾਂ ਉੱਥੇ ਪਰਿਕਰਮਾ ਕਰਦੇ ਨਾ, ਜਾਂਦੇ ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਦੀ ਜੇ ਪਰਿਕਰਮਾ ਕਰਦੇ ਆ, ਫਿਰ ਤਖਤ ਦੇ ਅੰਦਰ ਸ਼ਸਤਰਾਂ ਨੂੰ ਨਮਸਕਾਰ ਕਰਦੇ ਆ ਨਾ। ਮਹਾਰਾਜ ਜੀ ਦੇ ਬਚਨ ਨੇ, ਅਸ ਕਿਰਪਾਨ ਖੰਡੋ ਖੜਗ, ਤੁਪਕ ਤਵਰ ਅਰ ਤੀਰ, ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ। ਤੀਰ ਤੁਹੀ ਸਹਿਥੀ ਤੂਹੀ ਤਵਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਸ਼ਸਤਰ ਭੇਅੰ ਨਮਸਕਾਰ ਤੇਅੰ। ਮਹਾਰਾਜ ਜੀ ਕਹਿੰਦੇ ਇਹ ਸਾਡੇ ਪੀਰ ਨੇ। ਪਰ ਸੰਤ ਸਿੰਘ ਜੀ ਮਸਕੀਨ ਜੀ ਕਹਿੰਦੇ ਕਿ ਮੈਂ ਜਦੋਂ ਪਰਿਕਰਮਾ ਕੀਤੀ ਨਾ, ਮੇਰਾ ਮਨ ਨਹੀਂ ਮੰਨਿਆ ਮੱਥਾ ਟੇਕਣ ਨੂੰ। ਮਨ ਵਿੱਚ ਰਿਹਾ ਕਿ ਮੱਥਾ ਕਿਉਂ ਟੇਕਾਂ ਮੈਂ ਸ਼ਸਤਰਾਂ ਨੂੰ। ਕਹਿੰਦੇ ਜਦੋਂ ਪਰਿਕਰਮਾ ਕਰਕੇ ਆ ਕੇ ਬੈਠਾ ਨਾ, ਤੇ ਫਿਰ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ। ਰਾਗੀ ਸਿੰਘਾਂ ਨੇ ਜੋ ਸ਼ਬਦ ਪੜ੍ਹਿਆ, ਸ਼ਬਦ ਦੇ ਬੋਲ ਸੀ, ਅਸ ਕਿਰਪਾਨ ਖੰਡੋ ਖੜਕ, ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ। ਤੀਰ ਤੁਹੀ ਸਹਿਥੀ ਤੂਹੀ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਸੋ ਭਏ ਸਿੰਧ ਭਵ ਪਾਰ। ਕਹਿੰਦੇ ਜਦੋਂ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ ਨਾ, ਮੇਰੇ ਤੇ ਬਖਸ਼ਿਸ਼ ਕੀਤੀ। ਕਹਿੰਦੇ ਮਹਾਰਾਜ ਜੀ ਨੇ ਮੈਨੂੰ ਇਹ ਬਚਨ, ਮਹਾਰਾਜ ਜੀ ਦੇ ਉਦੋਂ ਹੀ ਯਾਦ ਆ ਗਏ ਕਿ ਕਲਗੀਧਰ ਪਾਤਸ਼ਾਹ ਜੀ ਦਾ ਇਹ ਕਹਿ ਰਿਹਾ ਕਿ ਜਿਹੜੇ ਸ਼ਸਤਰ ਨੇ ਸਾਡੇ ਪੀਰ ਨੇ, ਗੁਰੂ ਨੇ ਸਾਡੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉੱਥੇ ਸ਼ਸਤਰ ਵੀ ਸਾਡੇ ਗੁਰੂ ਨੇ। ਕਹਿੰਦੇ ਫਿਰ ਮੈਂ ਪਰਿਕਰਮਾ ਕੀਤੀ ਤੇ ਸ਼ਸਤਰਾਂ ਨੂੰ ਮੱਥਾ ਟੇਕਿਆ। ਇਸ ਤਰ੍ਹਾਂ ਇਤਿਹਾਸ ਦੇ ਵਿੱਚ ਵੀ ਭਾਈ ਸੰਤੋਖ ਸਿੰਘ ਜੀ ਨੇ ਵਚਨ ਲਿਖੇ ਕਿ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਲਵੇ ਦੇ ਵਿੱਚ ਵਿਚਰੇ ਨਾ, ਤੇ ਮਹਾਰਾਜ ਜੀ ਕੋਟਕਪੂਰੇ ਆਏ ਆ। ਤੇ ਇੱਥੇ ਮਹਾਰਾਜ ਜੀ ਦਾ ਇੱਕ ਸਿੱਖ ਸੀ, ਕਪੂਰਾ ਚੌਧਰੀ ਸੀ। ਉਹ ਮਹਾਰਾਜ ਜੀ ਦੀਆਂ ਖੁਸ਼ੀਆਂ ਬਹੁਤੀਆਂ ਨਹੀਂ ਲੈ ਸਕਿਆ। ਕਿਉਂਕਿ ਉਹ ਮੁਗਲਾਂ ਦਾ ਵੀ ਪੱਖ, ਤੁਰਕਾਂ ਦਾ ਪੱਖ ਵੀ ਵਿੱਚ ਪੂਰ ਦਿੰਦਾ ਸੀ, ਤੇ ਮਹਾਰਾਜ ਜੀ ਦਾ ਵੀ ਪੂਰਦਾ ਰਿਹਾ। ਤੇ ਉਹ ਕਹਿੰਦੇ ਜਦੋਂ ਮਹਾਰਾਜ ਜੀ ਦਾ ਦਰਬਾਰ ਉੱਥੇ ਲੱਗਾ ਹੋਇਆ ਸੀ ਨਾ, ਤੇ ਸਤਿਗੁਰਾਂ ਦੇ ਸਿਰ ਤੇ ਵੀ ਚੌਰ ਹੋ ਰਿਹਾ, 2 ਪਲੰਘ ਲੱਗੇ ਹੋਏ ਆ। ਇੱਕ ਪਲੰਘ ਦੇ ਉੱਤੇ ਸਤਿਗੁਰੂ ਜੀ ਬੈਠੇ ਆ, ਸਤਿਗੁਰਾਂ ਦੇ ਸਿਰ ਦੇ ਉੱਤੇ ਚੰਦੋਆ ਲੱਗਾ ਹੋਇਆ ਤੇ ਚੌਰ ਹੋ ਰਿਹਾ, ਤੇ ਇੱਕ ਪਲੰਘ ਦੇ ਉੱਤੇ ਸ਼ਸਤਰ ਸਜਾਏ ਹੋਏ ਆ, ਉਹਨਾਂ ਦੇ ਉੱਤੇ ਵੀ ਚੰਦੋਆ ਲੱਗਾ, ਤੇ ਸਿੰਘ ਇੱਕ ਚੌਰ ਕਰਦਾ ਪਿਆ, ਚੌਰ ਸਾਹਿਬ ਦੀ ਸੇਵਾ ਕਰ ਰਿਹਾ। ਕਹਿੰਦੇ ਉਹ ਚੌਧਰੀ ਜਦੋਂ ਆ ਰਿਹਾ ਸੀ ਨਾ, ਕਪੂਰਾ, ਕਹਿੰਦੇ ਉਹਨੇ ਧੋਤੀ ਕਹਿ ਲਓ ਚਾਦਰਾ ਬੰਨਿਆ ਹੋਇਆ ਸੀਗਾ, ਲੰਮਾ ਜਿਹਾ ਕਰਕੇ ਉਹਨੇ ਚਾਦਰਾ ਬੰਨਿਆ ਹੋਇਆ, ਤੇ ਉਹ ਚਾਦਰਾ ਜੋ ਬੰਨਿਆ ਸੀ ਥੱਲੇ ਲੱਗਦਾ ਆਉਂਦਾ ਸੀ, ਤੇ ਉਹਦੇ ਨਾਲ ਮਿੱਟੀ ਉੱਡਦੀ ਸੀ। ਤੇ ਕਹਿੰਦੇ ਭਾਈ ਮਲਿਆਗਰ ਸਿੰਘ ਕਹਿੰਦਾ ਚੌਧਰੀ ਨੂੰ, ਚੌਧਰੀ ਸਾਹਿਬ ਥੋੜ੍ਹਾ ਹੌਲੀ ਤੁਰੋ, ਤੁਹਾਡਾ ਜਿਹੜਾ ਚਾਦਰਾ ਮਿੱਟੀ ਉਡਾਉਂਦਾ, ਧੂੜ ਉੱਡਦੀ ਉਹਦੇ ਨਾਲ।
ਤੇ ਉਹ ਧੂੜ ਸ਼ਸਤਰਾਂ ਦੇ ਉੱਤੇ ਪੈ ਰਹੀ, ਇਹਦੇ ਨਾਲ ਨਰਾਦਰ ਹੋ ਰਿਹਾ ਸ਼ਸਤਰਾਂ ਦਾ। ਉਹਦੇ ਮਨ ਵਿੱਚ ਇਹ ਆਇਆ, ਵੇਖਿਆ ਉਹਨੇ ਕਿ ਦੋ ਪਲੰਘੇ ਲੱਗੇ ਹੋਏ ਆ, ਇੱਕ ਦੇ ਉੱਤੇ ਮਹਾਰਾਜ ਜੀ ਬੈਠੇ ਨੇ, ਚਲੋ ਠੀਕ ਹੈ, ਇੱਕ ਦੇ ਉੱਤੇ ਉਹਨਾਂ ਨੇ ਸ਼ਸਤਰ ਰੱਖੇ ਹੋਏ ਆ, ਸ਼ਸਤਰਾਂ ਦੇ ਉੱਤੇ ਵੀ ਸਿੰਘ ਚੌਰ ਕਰਦਾ। ਉਹਦੇ ਮਨ 'ਚ ਸ਼ੰਕਾ ਆ ਗਿਆ, ਤੇ ਜਦੋਂ ਕਹਿੰਦੇ ਸ਼ੰਕਾ ਆਇਆ ਨਾ, ਮਹਾਰਾਜ ਜੀ ਨੂੰ ਆ ਕੇ ਪੁੱਛਦਾ, ਨਮਸਕਾਰ ਕੀਤੀ ਮਹਾਰਾਜ ਜੀ ਨੂੰ, ਫਤਿਹ ਬੁਲਾਈ, ਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜੀ ਇਹ ਤਾਂ ਠੀਕ ਹੈ ਗੱਲ ਵੀ ਤੁਸੀਂ ਸਾਡੇ ਗੁਰੂ ਹੋ, ਤੁਹਾਡੇ ਸਿਰ ਦੇ ਉੱਤੇ ਚੌਰ ਚੰਦੋਆ ਸ਼ੋਭਦਾ, ਪਰ ਆਹ ਜਿਹੜਾ ਸ਼ਸਤਰ ਨੇ ਇਹਨਾਂ ਦੇ ਉੱਤੇ ਚੌਰ ਤੇ ਚੰਦੋਆ ਨਹੀਂ ਸ਼ੋਭਦਾ। ਮਹਾਰਾਜ ਜੀ ਕਹਿੰਦੇ, ਕਪੂਰੇ ਨੂੰ ਕਹਿਣ ਲੱਗੇ, ਕਪੂਰਿਆ ਵੀ ਤੂੰ ਸਾਨੂੰ ਕੀ ਮੰਨਦਾ, ਸਾਡੇ ਸਿਰ ਦੇ ਉੱਤੇ ਚੰਦੋਆ ਤੇ ਚੌਰ ਕਿਉਂ ਹੁੰਦਾ? ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਗੁਰੂ ਹੋ, ਸਾਡੇ ਪੂਜਣਯੋਗ ਹੋ, ਤਾਂ ਕਰਕੇ ਤੁਹਾਡੇ ਸਿਰ ਦੇ ਉੱਤੇ ਵੀ ਚੰਦੋਆ ਲੱਗਦਾ ਤੇ ਚੌਰ ਸਾਹਿਬ ਕੀਤਾ ਜਾਂਦਾ। ਤੇ ਮਹਾਰਾਜ ਜੀ ਕਹਿਣ ਲੱਗੇ, ਅਸੀਂ ਤੁਹਾਡੇ ਪੂਜਣਯੋਗ ਹਾਂ, ਸਾਨੂੰ ਤੁਸੀਂ ਗੁਰੂ ਮੰਨਦੇ ਹੋ। ਤੇ ਮਹਾਰਾਜ ਜੀ ਕਹਿੰਦੇ, ਆ ਜਿਹੜੇ ਸ਼ਸਤਰ ਨੇ ਵੀ ਸਾਡੇ ਗੁਰੂ ਨੇ, ਫਿਰ ਇਹ ਸਾਡੇ ਗੁਰੂ ਨੇ, ਮਹਾਰਾਜ ਕਹਿੰਦੇ। ਤੇ ਜਦੋਂ ਹੁਣ ਮਹਾਰਾਜ ਜੀ ਇਹ ਬਚਨ ਕਹਿ ਰਹੇ ਨੇ, ਕਲਗੀਧਰ ਪਾਤਸ਼ਾਹ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ। ਮਹਾਰਾਜ ਕਹਿੰਦੇ ਸਾਡੇ ਪੀਰ ਨੇ, ਸਾਡੇ ਗੁਰੂ ਨੇ ਸ਼ਸਤਰ, ਤੇ ਸ਼ਸਤਰਾਂ ਦਾ ਸਤਿਕਾਰ ਕਰਨਾ ਚਾਹੀਦਾ ਨਾ। ਪੁਰਾਤਨ ਸਿੰਘ ਜਿਹੜੇ ਆ ਸਵਾ ਸਵਾ ਮਣ ਜਿਹੜਾ ਸੀ ਲੋਹਾ ਆਪਣੇ ਸਰੀਰ ਤੇ ਧਾਰਨ ਕਰਕੇ ਰੱਖਦੇ ਸੀ, ਪਰ ਅੱਜ ਕੀ ਹੈ? ਅੱਜ ਕਿਉਂ ਸਿੱਖ ਸ਼ਸਤਰ ਪੂਜਾ ਤੋਂ ਡਰਦਾ, ਇਹਦਾ ਖੰਡਨ ਕਿਉਂ ਕਰਦਾ? ਕਿਉਂਕਿ ਅੱਜ ਤਾਂ ਸਿੱਖਾਂ ਦੇ ਘਰਾਂ ਵਿੱਚ ਕਿਰਪਾਨ ਹੀ ਹੈ ਨਹੀਂ। ਆਪਾਂ ਦੇਖਦੇ ਹਾਂ ਨਾ, ਆ ਵਿਆਹਾਂ ਦੇ ਵਿੱਚ ਦੇਖਿਓ, ਉਦੋਂ ਕਿਰਪਾਨ ਦੀ ਲੋੜ ਪੈਂਦੀ ਵਿਆਹ ਦੇ ਵਿੱਚ, ਉਦੋਂ ਭਾਲਦੇ ਵੀ ਲੱਭ ਕੇ ਲਿਆਈਏ, ਕਿਰਾਏ ਤੇ ਮਿਲਦੀਆਂ, ਜਾਂ ਗੁਰਦੁਆਰੇ ਜਾਂਦੇ ਭੱਜੇ ਭੱਜੇ ਗ੍ਰੰਥੀ ਸਿੰਘ ਨੂੰ ਪੁੱਛਦੇ, ਬਾਬਾ ਜੀ ਤੁਹਾਡੇ ਕੋਲ ਕੋਈ ਕਿਰਪਾਨ ਨਹੀਂ ਪਈ, ਅੱਜ ਲੋੜ ਪੈ ਗਈ, ਸ਼ਸਤਰ ਹੀ ਹੈ ਨਹੀਂ। ਜੇ ਕਿਸੇ ਨੇ ਵੱਡਾ ਸ਼ਸਤਰ ਪਾਇਆ ਹੋਵੇ, ਉਹਨੂੰ ਕਹਿੰਦੇ ਐਵੇਂ ਭਾਰ ਚੱਕੀ ਫਿਰਦਾ ਇਹ। ਪਰ ਮਹਾਰਾਜ ਜੀ ਨੇ ਸਾਨੂੰ ਸ਼ਸਤਰਾਂ ਦੀ ਪੂਜਾ ਕਰਨੀ ਸਿਖਾਈ, ਅੱਜ ਅਸੀਂ ਸ਼ਸਤਰਾਂ ਤੋਂ ਦੂਰ ਹੋ ਗਏ। ਪਰ ਮਹਾਰਾਜ ਜੀ ਦੀ ਮਰਿਆਦਾ, ਮਹਾਰਾਜ ਜੀ ਨੇ ਦੇਖਿਓ ਇਹ ਸ਼ਸਤਰ ਪੂਜਾ ਆਨੰਦਪੁਰ ਸਾਹਿਬ ਵੀ ਕੀਤੀ। ਫਿਰ ਸ਼ਸਤਰ ਪੂਜਾ ਮਹਾਰਾਜ ਜੀ ਜਦੋਂ ਆਗਰੇ ਗਏ ਆ, ਆਗਰੇ ਵੀ ਇਤਿਹਾਸ ਦਾ ਜ਼ਿਕਰ ਆਉਂਦਾ, ਉੱਥੇ ਵੀ ਮਹਾਰਾਜ ਜੀ ਨੇ ਸ਼ਸਤਰ ਪੂਜਾ ਕੀਤੀ ਹੈ। ਤੇ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ ਆ ਨਾ, ਨੰਦੇੜ ਦੀ ਧਰਤੀ ਤੇ, ਉੱਥੇ ਵੀ ਮਹਾਰਾਜ ਜੀ ਨੇ ਸ਼ਸਤਰ ਪੂਜਾ ਕੀਤੀ ਹੈ। ਤੇ ਮਹਾਰਾਜ ਜੀ ਨੇ ਫਿਰ ਸ਼ਸਤਰ ਸਾਰੇ ਆਪਣੇ ਬਾਹਰ ਕਢਾਏ, ਤੇ ਉਦੋਂ ਭਾਈ ਰਾਮ ਸਿੰਘ ਜੀ ਆਏ ਆ ਰਾਜਸਥਾਨ ਤੋਂ, ਤੇ ਉਹਨਾਂ ਨੂੰ ਇਤਿਹਾਸ ਵਿੱਚ ਇਹ ਵੀ ਬਚਨ ਆਉਂਦਾ ਕਿ ਮਹਾਰਾਜ ਜੀ ਨੇ ਕਿਹਾ ਕਿ ਭਾਈ ਤੁਸੀਂ ਇਹਨਾਂ ਸ਼ਸਤਰਾਂ ਨੂੰ ਸਾਫ਼ ਕਰੋ। 5 ਤਰ੍ਹਾਂ ਦਾ ਪਾਊਡਰ ਜਿਹਾ ਹੁੰਦਾ, ਉਹਦੇ ਨਾਲ ਕਹਿੰਦੇ ਸ਼ਸਤਰ ਸਾਫ਼ ਕੀਤੇ ਜਾਂਦੇ ਆ। ਪਹਿਲਾਂ ਕੁਝ ਸਖਤ ਹੁੰਦਾ, ਫਿਰ ਚਮੜੇ ਦਾ ਹੁੰਦਾ ਇੱਕ ਬਣਾਇਆ ਹੋਇਆ, ਉਹਦੇ ਨਾਲ ਉਹ ਪਾਊਡਰ ਮਲਦੇ ਸ਼ਸਤਰਾਂ ਦੇ ਉੱਤੇ। ਤੇ ਜਦੋਂ 5ਵੀਂ ਵਾਰ ਮਲਦੇ ਹੋ, ਇੰਨਾ ਮੁਲਾਇਮ ਹੁੰਦਾ ਤੇ ਉਹਦੇ ਨਾਲ ਬਹੁਤ ਚਮਕ ਆ ਜਾਂਦੀ ਸ਼ਸਤਰਾਂ ਦੇ ਵਿੱਚ। ਜੇ ਕਿਤੇ ਵੇਖਣਾ ਹੋਵੇ ਨਾ ਇਹ ਦ੍ਰਿਸ਼, ਤਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਵੇਖਿਆ ਜਾ ਸਕਦਾ। ਹਾਂ, ਦਲਾਂ ਪੰਥਾਂ ਦੇ ਵਿੱਚ ਵੀ ਹੈ, ਪਰ ਹਜ਼ੂਰ ਸਾਹਿਬ ਦੀ ਧਰਤੀ ਦੇ ਦਾਸ ਨੇ ਆਪ ਕਈ ਵਾਰ ਇਹ ਦਰਸ਼ਨ ਕੀਤੇ ਆ। ਜਦੋਂ ਦੀਵਾਲੀ ਦਾ, ਬੰਦੀ ਛੋੜ ਦਿਵਸ ਦਾ ਮਹੱਲਾ ਹੁੰਦਾ ਨਾ, ਉੱਥੇ ਸ਼ਸਤਰ ਪੂਜਾ ਉਦੋਂ ਵੀ ਹੁੰਦੀ ਹੈ। ਅੱਜ ਤਾਂ ਸਿਰਫ ਮਹਾਰਾਜ ਜੀ ਦੇ ਸ਼ਸਤਰ, ਜਿਹੜੇ ਕੁਝ ਕੁ ਸ਼ਸਤਰ ਬਾਹਰ ਆਉਣਗੇ, ਉਹਨਾਂ ਦੀ ਸੇਵਾ ਹੁੰਦੀ ਹੈ ਕੁਝ ਕੁ ਸ਼ਸਤਰਾਂ ਦੀ, ਤੇ ਉੱਥੇ ਬਾਣੀ ਦਾ ਪਾਠ ਹੁੰਦਾ। ਤੇ ਪਰ ਜਦੋਂ ਦੀਵਾਲੀ ਹੁੰਦੀ, ਉਦੋਂ ਸਾਰੇ ਸ਼ਸਤਰ ਮਹਾਰਾਜ ਜੀ ਦੇ ਬਾਹਰ ਨਿਕਲਦੇ ਆ। ਫਿਰ ਸਾਰੇ ਸ਼ਸਤਰਾਂ ਦੀ ਸੇਵਾ ਵਾਸਤੇ ਸ਼ਿਕਲੀਗਰ ਜਿਹੜੇ ਨੇ ਕਾਰੀਗਰ, ਉਹ ਹੁੰਦੇ, ਸਫਾਈ ਕਰਦੇ ਆ। ਉੱਥੇ ਸਫਾਈ ਕਰਦਿਆਂ ਦੇ ਦਰਸ਼ਨ ਸੰਗਤਾਂ ਕਰਦੀਆਂ ਨੇ ਵੀ ਕਿਵੇਂ ਉਹਨਾਂ ਸ਼ਸਤਰਾਂ ਦੀ ਸਫਾਈ ਹੁੰਦੀ ਹੈ। ਫਿਰ ਜਦੋਂ ਸ਼ਸਤਰ ਤਖਤ ਦੀ ਸਾਰੀ ਸੇਵਾ ਹੋ ਜਾਂਦੀ ਹੈ, ਫਿਰ ਕੱਲਾ ਕੱਲਾ ਸ਼ਸਤਰ ਮਹਾਰਾਜ ਜੀ ਦਾ ਅੰਦਰ ਜਾਂਦਾ ਤਖਤ 'ਤੇ। ਜਿਹੜੇ ਸਿੰਘ ਅੰਮ੍ਰਿਤਧਾਰੀ ਨੇ, ਚੋਲੇ ਪਾਏ ਹੋਏ ਜਿਨ੍ਹਾਂ ਦੇ, ਕਮਰ ਕੱਸੇ ਕਰਕੇ ਉਹ ਲਾਈਨ ਦੇ ਵਿੱਚ ਖੜ੍ਹਦੇ ਨੇ, ਇੱਕ ਇੱਕ ਸ਼ਸਤਰ ਜਾਂਦਾ, ਅਤੇ ਸੰਗਤਾਂ ਆਪਣੇ ਹੱਥ ਮੱਥੇ ਸ਼ਸਤਰਾਂ ਨੂੰ ਲਾ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੀਆਂ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਮਹਾਰਾਜ ਜੀ ਦੇ ਅੰਗੀਠੇ 'ਤੇ ਜਿਹੜੇ ਸ਼ਸਤਰ ਪਏ ਹੋਏ ਨੇ, ਸੱਚਖੰਡ ਦੇ ਸ਼ਸਤਰ ਪਏ, ਉਹਨਾਂ ਨੂੰ ਅਸੀਂ ਆਪਣੇ ਹੱਥ ਲਾ ਲਏ। ਆਪਣੇ ਆਪਣੇ ਬੜੀਆਂ ਭਾਗਾਂ ਵਾਲੀਆਂ ਸੰਗਤਾਂ ਸਮਝਦੀਆਂ ਉਹ। ਇਹ ਦ੍ਰਿਸ਼ ਉਦੋਂ ਉੱਥੇ ਦੇਖਣ ਨੂੰ ਮਿਲਦਾ। ਤੇ ਮਹਾਰਾਜ ਜੀ ਨੇ ਸ਼ਸਤਰ ਕਢਵਾਏ ਸਾਰੇ, ਤੇ ਨਾਲ ਮਹਾਰਾਜ ਜੀ ਨੇ ਕਿਹਾ ਜਿੱਥੇ ਸ਼ਸਤਰਾਂ ਦੀ ਸੇਵਾ ਕਰਨੀ, ਉੱਥੇ ਨਾਲ ਬੀਰਸੀ ਬਾਣੀ ਦਾ ਜਾਪ ਕਰੋ। ਬੀਰਸੀ ਬਾਣੀ ਜਿਹੜੀ ਮਹਾਰਾਜ ਜੀ ਨੇ ਆਪ ਉਚਾਰਨ ਕੀਤੀ, ਜਿਵੇਂ ਚੰਡੀ ਦੀ ਵਾਰ, ਚੰਡੀ ਚਰਿੱਤਰ ਪਹਿਲਾ ਦੂਜਾ, ਫਿਰ ਸ਼ਸਤਰ ਨਾਮ ਮਾਲਾ, ਫਿਰ ਰਾਮ ਕਥਾ ਜਿਹੜੀ ਹੈ, ਰਾਮਾਵਤਾਰ, ਉਹ ਵੀ ਪੜ੍ਹਿਆ ਜਾਂਦਾ। ਫਿਰ ਜਿੱਦਣ ਦੁਸਹਿਰਾ ਹੁੰਦਾ, ਉਸ ਦਿਨ ਸਾਰੀ ਬਾਣੀ ਪੜ੍ਹ ਕੇ ਜਿਹੜੀ ਹੈ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ, ਆਰਤੀ ਆਰਤਾ ਕੀਤਾ ਜਾਂਦਾ, ਅਰਦਾਸ ਕੀਤੀ ਜਾਂਦੀ ਹੈ। ਤੇ ਮਹਾਰਾਜ ਜੀ ਨੇ ਇਹ 9 ਦਿਨ ਜਿਹੜੇ ਸੀ, ਮਹਾਰਾਜ ਕਹਿੰਦੇ ਸ਼ਸਤਰਾਂ ਦੀ ਸੇਵਾ ਕਰਨੀ ਤੇ ਨਾਲ ਬਾਣੀ ਪੜ੍ਹਨੀ ਦਸਮ ਦੀ।
ਜਾਪ ਸਾਹਿਬ ਦੀ ਬਾਣੀ, ਚੰਡੀ ਦੀ ਵਾਰ। ਪੁਰਾਤਨ ਗੁਰਸਿੱਖਾਂ ਨੂੰ ਬਹੁਤ ਬਾਣੀ ਕੰਠ ਸੀ। ਅਕਾਲੀ ਕੌਰ ਸਿੰਘ ਜੀ ਸੀ ਨਾ, ਸਾਡੇ ਪੰਥ ਦੇ ਮਹਾਨ ਵਿਦਵਾਨ ਹੋਏ ਅਕਾਲੀ ਕੌਰ ਸਿੰਘ ਜੀ। 20 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜ਼ਬਾਨੀ ਯਾਦ ਕਰ ਲਿਆ ਸੀ 20 ਸਾਲ ਦੀ ਉਮਰ 'ਚ। ਅੱਜ ਤਾਂ ਸਾਡੇ ਲੋਕ ਤਾਂ ਸ਼ੰਕਾ ਵਿੱਚ ਹੀ ਪਏ ਹੋਏ ਆ ਕਿ ਬਾਣੀ ਇਹ ਦਸਮ ਦੀ ਮਹਾਰਾਜ ਦੀ ਹੈ ਕਿ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਸਮ ਗ੍ਰੰਥ ਵਿੱਚ ਬਹੁਤ ਸਾਰੀ ਬਾਣੀ ਜਿਹੜੀ ਯਾਦ ਸੀ, ਜ਼ੁਬਾਨੀ ਯਾਦ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਭਾਵੇਂ ਉਹ ਅਨਪੜ੍ਹ ਸੀ, ਪਰ ਬਹੁਤ ਸਾਰੀ ਬਾਣੀ ਉਹਨੂੰ ਦਸਮ ਦੀ ਯਾਦ ਸੀ। ਮਹਾਰਾਜਾ ਰਣਜੀਤ ਸਿੰਘ ਵੀ ਜਿਹੜਾ ਦੁਸਹਿਰੇ 'ਤੇ ਮਹੱਲਾ ਕੱਢਿਆ ਕਰਦਾ ਸੀ, ਸ਼ਸਤਰਾਂ ਦੀ ਪੂਜਾ ਹੁੰਦੀ ਸੀ ਅਤੇ ਮਹੱਲਾ ਕੱਢਦੇ ਸੀ ਉਹ ਵੀ। ਖਾਲਸਾ ਦਰਬਾਰ ਵੀ ਦੁਸਹਿਰੇ 'ਤੇ ਸਜਦਾ ਰਿਹਾ। ਪੜ੍ਹ ਕੇ ਦੇਖਿਓ ਇਤਿਹਾਸ, ਖਾਲਸਾ ਦਰਬਾਰ ਕਦੋਂ ਸਜਦਾ ਹੁੰਦਾ ਸੀ। ਦੀਵਾਲੀ 'ਤੇ ਵੀ ਦਰਬਾਰ ਸਜਦਾ ਹੁੰਦਾ ਸੀ, ਵਿਸਾਖੀ 'ਤੇ ਵੀ ਖਾਲਸਾ ਦਰਬਾਰ ਸਜਦਾ ਹੁੰਦਾ ਸੀ। ਇਹ ਖਾਲਸੇ ਦੇ ਦਰਬਾਰ ਸਜਦੇ ਆਏ ਆ, ਪਰ ਅਸੀਂ ਆਪਣਾ ਇਤਿਹਾਸ ਨਹੀਂ ਪੜ੍ਹਦੇ। ਪੁਰਾਤਨ ਗ੍ਰੰਥਾਂ ਨੂੰ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਅਸੀਂ ਉਹਨਾਂ ਨੂੰ ਪੜ੍ਹੀਏ, ਵਾਚੀਏ, ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡਾ ਇਤਿਹਾਸ ਕੀ ਹੈ। ਮਹਾਰਾਜਾ ਰਣਜੀਤ ਸਿੰਘ ਵੀ ਖਾਲਸਾ ਦਰਬਾਰ ਸਜਾਇਆ ਕਰਦਾ ਸੀ ਅਤੇ ਆਪ ਮੁਹੱਲੇ ਦੇ ਵਿੱਚੋਂ ਚੜ੍ਹਿਆ ਕਰਦਾ ਸੀ। ਸ਼ਸਤਰਾਂ ਦੀ ਪੂਜਾ ਹੁੰਦੀ ਸੀ ਸਾਰੀ ਮਰਿਆਦਾ ਦੇ ਅਨੁਸਾਰ। ਅੱਜ ਵੀ 1925 ਤੱਕ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਇਹੀ ਮਰਿਆਦਾ ਰਹੀ 1925 ਤੱਕ। ਉਸ ਤੋਂ ਬਾਅਦ ਜਿਹੜੀ ਮਰਿਆਦਾ ਇਹ ਖਤਮ ਕਰ ਦਿੱਤੀ ਗਈ, ਪਰ ਅੱਜ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਮਰਿਆਦਾ ਉਸੇ ਤਰ੍ਹਾਂ ਕਾਇਮ ਹੈ। ਅੰਗਰੇਜ਼ ਜਦੋਂ ਆਏ ਨਾ ਸਾਡੇ ਦੇਸ਼ ਦੇ ਵਿੱਚ, ਅੰਗਰੇਜ਼ਾਂ ਨੇ ਜਿਹੜੀ ਆ ਸਿੱਖਾਂ ਨੂੰ ਸ਼ਸਤਰਾਂ ਤੋਂ ਅਤੇ ਦਸਮ ਦੀ ਬਾਣੀ ਤੋਂ ਦੂਰ ਕਰ ਦਿੱਤਾ। ਅਸਲ 'ਚ ਉਹਨਾਂ ਨੇ ਮਨ ਵਿੱਚ ਸ਼ੰਕਾ ਪੈਦਾ ਕਰ ਦਿੱਤੀ, ਖਦਸ਼ੇ ਪੈਦਾ ਕਰ ਦਿੱਤੇ। ਸ਼ਸਤਰਾਂ ਦੇ ਉੱਤੇ ਤਾਂ ਉਹਨਾਂ ਨੇ ਪਾਬੰਦੀ ਲਾ ਦਿੱਤੀ, ਇੱਥੋਂ ਤੱਕ ਕਿ ਆ ਜਿਹੜਾ ਦੋਹਰਾ ਨਾ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਇਹ 'ਤੇ ਵੀ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਸਿੱਖ ਅਰਦਾਸ ਦੇ ਵਿੱਚ ਪੜ੍ਹ ਨਹੀਂ ਸਕਦਾ। ਸ਼ਸਤਰ ਵੀ ਛੋਟਾ ਤੋਂ ਛੋਟਾ ਰੱਖਣ ਦੀ, ਵੀ ਸ਼ਸਤਰ ਵੱਡੇ ਸ਼ਸਤਰ ਨਹੀਂ ਰੱਖ ਸਕਦੇ, ਕਿਉਂਕਿ ਮਹਾਰਾਜ ਜੀ ਦੇ ਬਚਨ ਨੇ ਸ਼ਸਤਰ ਅਧੀਨ ਹੈ ਰਾਜ, ਕਿ ਸ਼ਸਤਰਾਂ ਦੇ ਅਧੀਨ ਰਾਜ ਹੁੰਦੇ ਆ। ਮਹਾਰਾਜ ਜੀ ਨੂੰ ਪੁੱਛਿਆ ਸੀ ਨਾ ਆਗਰੇ ਇੱਕ ਕਾਜੀ ਨੇ ਕਿ ਮਹਾਰਾਜ ਜੀ ਕਰਾਮਾਤ, ਤਾਂ ਮਹਾਰਾਜ ਜੀ ਨੇ ਉਦੋਂ ਸ਼ਸਤਰ ਕੱਢ ਕੇ ਵੀ ਕਿਹਾ ਸੀ ਆ ਸ੍ਰੀ ਸਾਹਿਬ ਵੀ ਕਰਾਮਾਤ ਹੈ। ਆ ਜਿਹੜਾ ਬਾਦਸ਼ਾਹ ਬੈਠਾ ਤਖਤ ਦੇ ਉੱਤੇ, ਇਸ ਸ਼ਸਤਰ ਦੀ ਇਹ ਕਰਾਮਾਤ, ਇਹਦੇ ਨਾਲ ਇਹਦਾ ਸਿਰ ਲਾ ਕੇ ਆਪ ਅਸੀਂ ਇਸ ਗੱਦੀ ਦੇ ਉੱਤੇ ਬੈਠ ਸਕਦੇ ਹਾਂ। ਇਹ ਵੀ ਕਰਾਮਾਤ ਹੈ, ਸ਼ਸਤਰ ਕਰਾਮਾਤ ਹੈ ਇੱਕ। ਸ਼ਸਤਰਾਂ ਦੇ ਅਧੀਨ ਰਾਜ ਹੁੰਦੇ ਨੇ। ਸੋ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੋੜਿਆ, ਉੱਥੇ ਸਤਿਗੁਰਾਂ ਨੇ ਸਾਨੂੰ ਸ਼ਸਤਰਾਂ ਦੀ ਪੂਜਾ ਦਾ ਵਿਧੀ ਵਿਧਾਨ ਵੀ ਦਿੱਤਾ। ਅਤੇ 9 ਦਿਨ ਜਿਹੜੀ ਸ਼ਸਤਰਾਂ ਦੀ, ਉੱਥੇ ਵੀ ਤੁਸੀਂ ਜੇ ਹਜ਼ੂਰ ਸਾਹਿਬ ਜਾਓਗੇ ਨਾ, 9 ਦਿਨ ਰਾਤ ਨੂੰ ਦਾਸ ਨੇ ਜਿਨ੍ਹਾਂ ਬਾਣੀਆਂ ਦਾ ਜ਼ਿਕਰ ਕੀਤਾ, ਕੋਈ ਇੱਕ ਵੱਧ ਘੱਟ ਹੋ ਸਕਦੀ। ਚੰਡੀ ਦੀ ਵਾਰ, ਜਾਪ ਸਾਹਿਬ, ਚੰਡੀ ਚਰਿੱਤਰ ਦੋਵੇਂ, ਸ਼ਸਤਰ ਨਾਮ ਮਾਲਾ, ਰਾਮਾ ਅਵਤਾਰ, ਇਹਨਾਂ ਬਾਣੀਆਂ ਦੇ ਜਾਪ ਉੱਥੇ ਹੁੰਦੇ ਆ। ਚੌਪਈ ਸਾਹਿਬ ਦੀ ਬਾਣੀ ਵੀ ਪੜ੍ਹੀ ਜਾਂਦੀ ਆ। ਫਿਰ ਉਹ ਸਵਈਆ ਜਿਹੜਾ ਆਪਾਂ ਪੜ੍ਹਦੇ ਹੋ, ਰਾਮਾ ਅਵਤਾਰ ਦੇ ਅਖੀਰ ਦੇ ਉੱਤੇ ਲਿਖਿਆ ਮਹਾਰਾਜ ਜੀ ਨੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਆਂਖ ਤਗਰੇ ਨਹੀਂ ਆਨਿਓ, ਇਹ ਜਿਹੜਾ ਸਵਈਆ ਇਹ ਵੀ ਉੱਥੇ ਪੜ੍ਹਿਆ ਜਾਂਦਾ। ਅਤੇ ਮਹਾਰਾਜ ਜੀ ਨੇ ਇਹ ਮੇਰੀ ਮਰਿਆਦਾ ਕਾਇਮ ਕੀਤੀ। ਪੁਰਾਤਨ ਗੁਰਸਿੱਖ ਉਸੇ ਤਰ੍ਹਾਂ ਕਰਦੇ ਰਹੇ। ਮਹਾਰਾਜ ਜੀ ਨੇ 9 ਦਿਨ ਸ਼ਸਤਰਾਂ ਦੀ ਸੇਵਾ ਕਰਾਈ। 10ਵੇਂ ਦਿਨ ਮਹਾਰਾਜ ਜੀ ਨੇ ਸ਼ਸਤਰਾਂ ਦੀ ਪੂਜਾ ਕੀਤੀ ਆਪ ਵੀ, ਅਤੇ ਮਹਾਰਾਜ ਜੀ ਨੇ ਸ਼ਸਤਰ ਸਜਾਏ। ਅਤੇ ਜਦੋਂ ਉਹ ਕਪੂਰਾ ਮਹਾਰਾਜ ਜੀ ਨੂੰ ਪੁੱਛਦਾ ਕਿ ਮਹਾਰਾਜ ਜੀ ਇਹ ਸ਼ਸਤਰਾਂ ਦੀ ਪੂਜਾ, ਅਤੇ ਮਹਾਰਾਜ ਜੀ ਕਹਿੰਦੇ ਸ਼ਸਤਰ ਸਾਡੇ ਪੀਰ ਨੇ, ਇਹ ਸ਼ਕਤੀ ਹੈ, ਸ਼ਕਤੀ ਦਾ ਪ੍ਰਤੀਕ ਹੈ, ਸ਼ਕਤੀ ਤੋਂ ਸ਼ਕਤੀ ਵੱਖ ਨਹੀਂ ਹੁੰਦੀ, ਇਸ ਕਰਕੇ ਅਸੀਂ ਇਹਨਾਂ ਦੀ ਪੂਜਾ ਕਰਦੇ ਹਾਂ। ਅਤੇ ਮਹਾਰਾਜ ਜੀ ਨੇ ਜਦੋਂ ਭਾਈ ਰਾਮ ਸਿੰਘ ਜੀ ਨੂੰ ਇਹ ਸੇਵਾ ਲਾਈ ਨਾ, ਅਤੇ ਭਾਈ ਰਾਮ ਸਿੰਘ ਜੀ ਨੇ ਕੀ ਕੀਤਾ ਕਿ ਜਦੋਂ ਹੁਣ ਉਹ ਸ਼ਸਤਰਾਂ ਨੂੰ ਸਾਫ਼ ਕਰਦੇ ਸੀ, ਅਤੇ ਸ਼ਸਤਰਾਂ ਨੂੰ ਪੈਰ ਲਾਈ ਜਾਂਦੇ ਸੀ। ਪੈਰਾਂ ਦੇ ਵਿੱਚ ਰੱਖ ਕੇ ਨਾ ਸ਼ਸਤਰਾਂ ਨੂੰ ਉੱਤੇ ਪੈਰ ਰੱਖ ਕੇ, ਹੁਣ ਜਦੋਂ ਉਹਨੂੰ ਰਗੜਨਾ ਸੀ ਅਕਸਰ, ਅਤੇ ਉੱਤੇ ਪੈਰ ਰੱਖਣਾ ਪੈਣੀ, ਹੱਥ ਨਾਲ ਇੱਕ ਮੁੱਠਾ ਫੜਿਆ ਅਤੇ ਇੱਕ ਰਗੜਨਾ ਸੀ ਉਹਨੂੰ, ਅਤੇ ਕੋਈ ਦਾਬ ਦੇਣੀ, ਪੈਰ ਨਾਲ ਦਿੱਤੀ ਹੋਈ ਦਾਬ ਸ਼ਸਤਰ ਦੇ ਉੱਤੇ। ਅਤੇ ਮਹਾਰਾਜ ਜੀ ਉੱਥੋਂ ਲੰਘੇ, ਮਹਾਰਾਜ ਜੀ ਵੇਖਣ ਆਏ, ਅਤੇ ਜਦੋਂ ਮਹਾਰਾਜ ਜੀ ਉੱਥੋਂ ਲੰਘਦੇ ਦੇਖਦੇ, ਅਤੇ ਮਹਾਰਾਜ ਜੀ ਕਹਿਣ ਲੱਗੇ ਰਾਮ ਸਿੰਘ ਨੂੰ, ਰਾਮ ਸਿੰਘ ਸ਼ਸਤਰਾਂ ਦਾ ਅਦਬ ਸਤਿਕਾਰ ਕਰ, ਸ਼ਸਤਰਾਂ ਦਾ ਅਦਬ ਸਤਿਕਾਰ ਕਰ, ਤੂੰ ਸ਼ਸਤਰਾਂ ਨੂੰ ਪੈਰ ਨਹੀਂ ਲਾਈਦੇ ਹੁੰਦੇ। ਮਹਾਰਾਜ ਕਹਿੰਦੇ, ਇਤਿਹਾਸ ਵਿੱਚ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਵੀ ਸ਼ਸਤਰਾਂ ਨੂੰ ਪੈਰ ਨਹੀਂ ਲਾਈਦੇ। ਮਹਾਰਾਜ ਜੀ ਤਾਂ ਇਹ ਕਹਿ ਕੇ ਲੰਘ ਗਏ। ਪਰ ਜਿੰਨੇ ਵੀ ਉੱਥੇ ਹੋਰ ਭਾਈ ਰਾਮ ਸਿੰਘ ਸੀ, ਹੋਰ ਜਿੰਨੇ ਵੀ ਸੇਵਾਦਾਰ ਸੀ ਸ਼ਸਤਰਾਂ ਦੀ ਸੇਵਾ ਕਰਨ ਵਾਲੇ, ਉਹਨਾਂ ਨੇ ਕੀ ਕੀਤੇ ਵੀ 5-5 ਸ਼ਸਤਰ ਇੱਕ ਕੱਪੜੇ 'ਚ ਬੰਨੇ ਅਤੇ ਸਿਰ 'ਤੇ ਰੱਖ ਕੇ ਬੈਠ ਗਏ ਸਾਰੇ। ਹੁਣ ਸੇਵਾ ਹੋ ਨਹੀਂ ਰਹੀ ਸ਼ਸਤਰਾਂ ਦੀ, ਸਾਰਿਆਂ ਨੇ ਸਿਰ 'ਤੇ ਰੱਖ ਲਏ ਸ਼ਸਤਰ। ਜਦੋਂ ਸਿਰ 'ਤੇ ਰੱਖ ਲਏ, ਮਹਾਰਾਜ ਜੀ ਉੱਥੋਂ ਫਿਰ ਵਾਪਸ ਆਏ, ਉੱਥੋਂ ਹੀ ਲੰਘੇ। ਮਹਾਰਾਜ ਜੀ ਕਹਿੰਦੇ ਕੀ ਗੱਲ ਸੇਵਾ ਨਹੀਂ ਕਰਦੇ? ਅਤੇ ਅੱਗੋਂ ਭਾਈ ਰਾਮ ਸਿੰਘ ਜੀ ਕਹਿੰਦੇ ਮਹਾਰਾਜ ਜੀ ਤੁਸੀਂ ਕਿਹਾ ਵੀ ਸ਼ਸਤਰਾਂ ਨੂੰ ਪੈਰ ਨਹੀਂ ਲਾਉਣੇ, ਸ਼ਸਤਰਾਂ ਦਾ ਸਤਿਕਾਰ ਰੱਖਣਾ,
ਤੇ ਹੁਣ ਸ਼ਸਤਰਾਂ ਦਾ ਸਤਿਕਾਰ ਤਾਂ ਇਸ ਤਰ੍ਹਾਂ ਹੀ ਵੀ ਸਿਰ ਤੇ ਰੱਖ ਕੇ ਬੈਠ ਜਾਂਦੇ, ਫਿਰ ਸੇਵਾ ਨਹੀਂ ਹੋਵੇਗੀ। ਸੇਵਾ ਕਰਨ ਵਾਸਤੇ ਸਾਨੂੰ ਤਾਂ ਹੁਣ ਪੈਰ ਤਾਂ ਲਾਉਣੇ ਪੈਣਗੇ ਨਾ। ਫਿਰ ਮਹਾਰਾਜ ਜੀ ਕਹਿੰਦੇ ਚਲੋ ਠੀਕ ਹੈ, ਤੁਹਾਡੇ ਵਾਸਤੇ ਹੈ, ਸਿਰਫ ਇਹ ਸੇਵਾ ਕਰਨ ਵਾਲਿਆਂ ਵਾਸਤੇ, ਜਿਨ੍ਹਾਂ ਨੇ ਸ਼ਸਤਰਾਂ ਦੀ ਸੇਵਾ ਕਰਨੀ ਹੈ। ਹੁਣ ਪੈਰ ਤਾਂ ਆਪਾਂ ਉਹਨਾਂ ਨੂੰ ਲਾ ਨਹੀਂ ਨਾ ਸਕਦੇ। ਜਿਨ੍ਹਾਂ ਨੇ ਸੇਵਾ ਕਰਨੀ ਸਿਰਫ ਉਹ ਪੈਰ ਲਾ ਕੇ, ਹੁਣ ਸ਼ਸਤਰਾਂ ਦੀ ਅੱਜ ਅਸੀਂ ਸੇਵਾ ਕਰਨੀ ਹੈ, ਪੈਰ ਲਾ ਕੇ ਸੇਵਾ ਕਰ ਸਕਦੇ ਹਾਂ। ਜਿਵੇਂ ਹੁਣ ਦੇਖਦੇ ਹਾਂ ਆਪਾਂ ਹਰਿਮੰਦਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਉਹ ਕਿੰਨੀ ਜਗ੍ਹਾ ਪਵਿੱਤਰ ਹੈ। ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਜਿੱਥੇ ਆਪ ਮਹਾਰਾਜ ਜੀ ਬੈਠਦੇ ਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਰਾਤ ਨੂੰ ਤਕਰੀਬਨ ਕੋਈ 12:30 ਪੌਣੇ 1 ਵਜੇ ਇਸ਼ਨਾਨ ਦੀ ਸੇਵਾ ਹੁੰਦੀ ਹੈ ਉੱਥੇ, ਤੇ ਉਹ ਸੇਵਾ ਵਿੱਚ ਸਿੰਘ ਜਾਂਦੇ ਨੇ। ਹੁਣ ਜੇ ਉਹ ਸਿੰਘ ਦੇ ਪੈਰ ਵੀ ਤਾਂ ਨਾਲ ਹੀ ਜਾਣੇ ਨੇ ਨਾ, ਤੇ ਜੋ ਸਿੰਘ ਸੋਚਣ ਵੀ ਇਸ ਜਗ੍ਹਾ ਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਅਸੀਂ ਇੱਥੇ ਹੁਣ ਪੈਰ ਨਹੀਂ ਲਾਉਣੇ, ਤੇ ਉਹ ਫਿਰ ਸੇਵਾ ਕਿਵੇਂ ਕਰਨਗੇ? ਸੇਵਾ ਕਰਨ ਵਾਸਤੇ ਥੋੜ੍ਹੀ ਛੋਟ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਗੁਰੂ ਨੇ, ਪਰ ਜਦੋਂ ਇਹਨਾਂ ਦੀ ਜਿਲਤ ਬੰਨੀ ਜਾਂਦੀ ਹੈ, ਜੇ ਦੇਖੀਏ ਆਪਾਂ, ਕਈ ਲੋਕ ਤਰਕ ਕਰਦੇ ਨੇ, ਪਰ ਜਦੋਂ ਇਹਨਾਂ ਦੀ ਜਿਲਤ ਬੰਨੀ ਜਾਂਦੀ ਹੈ, ਹੁਣ ਜਿਲਤ ਬੰਨਣ ਵਾਸਤੇ ਮਹਾਰਾਜ ਜੀ ਦੇ ਅੰਗਾਂ ਦੇ ਵਿੱਚ ਜੀ ਸੂਆ ਨੰਗਾਇਆ ਜਾਂਦਾ। ਪਰ ਜੇ ਸਾਡੇ ਵਰਗਾ ਕੋਈ ਕੱਟੜਵਾਦੀ ਹੋਵੇ, ਉਹ ਵੇਖ ਲਵੇ ਇਹ ਗੱਲ, ਤੇ ਉਹ ਤਾਂ ਕਦੇ ਵੀ ਨਹੀਂ ਜਿਲਤ ਬੰਨਣ ਦੇਵੇਗਾ। ਫਿਰ ਕਹੇਗਾ ਤੁਸੀਂ ਤਾਂ ਮਹਾਰਾਜ ਦੀ ਬੇਅਦਬੀ ਕਰਦੇ ਆ। ਪਰ ਜਦੋਂ ਜਿਲਤ ਬੰਨਣੀ, ਜਿਲਤ ਬੰਨਣ ਵਾਸਤੇ ਤਾਂ ਵਿੱਚ ਸੂਆ ਤਾਂ ਨੰਗਾਇਆ ਜਾਵੇਗਾ ਨਾ, ਧਾਗਾ ਪਰੋਣ ਵਾਸਤੇ, ਤਾਂ ਹੀ ਜਿਲਤ ਬੰਨੀ ਜਾਵੇਗੀ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਹਾਂ, ਜਦੋਂ ਉਹ ਸੇਵਾ ਹੋ ਗਈ, ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਉਦੋਂ ਸਾਡੇ ਪੂਜਨਯੋਗ ਮਹਾਰਾਜ ਜੀ ਨੇ। ਉਹ ਸੇਵਾ ਵਾਸਤੇ ਹੈ, ਸਿਰਫ ਅੰਗਾਂ ਨੂੰ ਇਕੱਠੇ ਇਕੱਤਰ ਕਰਨ ਵਾਸਤੇ। ਭਾਈ ਰਾਮ ਸਿੰਘ ਜੀ ਕਹਿੰਦੇ, ਮਹਾਰਾਜ ਤੁਸੀਂ ਕਹਿੰਦੇ ਹੋ ਅਦਬ ਕਰਨਾ, ਸ਼ਸਤਰਾਂ ਨੂੰ ਪੈਰ ਨਹੀਂ ਲਾਈਦੇ, ਪਰ ਮਹਾਰਾਜ ਜੀ ਹੁਣ ਸਿਰ ਤੇ ਰੱਖ ਕੇ ਤਾਂ ਅਸੀਂ ਬੈਠ ਗਏ ਹਾਂ, ਸੇਵਾ ਤਾਂ ਫਿਰ ਹੋ ਨਹੀਂ ਨਾ ਸਕਦੀ। ਮਹਾਰਾਜ ਜੀ ਕਹਿੰਦੇ ਤੁਹਾਡੇ ਵਾਸਤੇ ਆ, ਤੁਸੀਂ ਪੈਰ ਲਾ ਕੇ ਸੇਵਾ ਕਰ ਲਓ। ਫਿਰ ਕਹਿੰਦੇ ਭਾਈ ਰਾਮ ਸਿੰਘ ਜੀ ਨੇ ਜਦੋਂ ਸੇਵਾ ਕੀਤੀ, ਪਰ ਵੇਖੋ ਹਰ ਥਾਂ ਦੇ ਉੱਤੇ ਜਿੱਥੇ ਵੀ ਤੁਸੀਂ ਜਾਓ, ਤਖਤਾਂ ਦੇ ਉੱਤੇ, ਕਿਸੇ ਵੀ ਗੁਰੂ ਘਰ ਵਿੱਚ ਚਲੇ ਜਾਇਓ, ਇੱਕ ਅੱਧਾ ਸ਼ਸਤਰ ਤੁਹਾਨੂੰ ਮਹਾਰਾਜ ਜੀ ਦੇ ਸਾਹਮਣੇ ਪਿਆ ਜ਼ਰੂਰ ਮਿਲੇਗਾ। ਤਖਤਾਂ ਦੇ ਉੱਤੇ ਸ਼ਸਤਰਾਂ ਦੀ ਵੀ ਪੂਜਾ ਹੈ ਨਾ, ਸਾਰੇ ਤਖਤਾਂ ਦੇ। ਅਕਾਲ ਤਖਤ ਸਾਹਿਬ ਚਲੇ ਜਾਓ, ਅਕਾਲ ਤਖਤ ਸਾਹਿਬ ਜਿੱਥੇ ਮਹਾਰਾਜ ਜੀ ਦਾ ਬੁੰਗਾ ਹੈ ਅੰਦਰ, ਜਿੱਥੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਰਾਜ ਨਾਲ ਚਬੂਤਰੇ ਦੇ ਵਿੱਚ ਮਹਾਰਾਜ ਦੇ ਸ਼ਸਤਰ ਨੇ, ਥੜੇ ਦੇ ਉੱਤੇ, ਥੜਾ ਸਾਹਿਬ ਦੇ ਉੱਤੇ ਸ਼ਸਤਰਾਂ ਦੀ ਪੂਜਾ। ਉੱਚੀ ਥਾਂ ਦੇ ਉੱਤੇ ਮਹਾਰਾਜ ਜੀ ਦੇ ਸ਼ਸਤਰ ਨੇ, ਥੱਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ। ਅਨੰਦਪੁਰ ਸਾਹਿਬ ਜਾਓ, ਤਖਤ ਸ੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਤੇ ਉੱਥੇ ਵੀ ਬਾਹਰ ਮਹਾਰਾਜ ਜੀ ਦਾ ਪ੍ਰਕਾਸ਼, ਅੰਦਰ ਤਖਤ ਦੇ ਉੱਤੇ ਸ਼ਸਤਰ ਹੈ, ਸ਼ਸਤਰਾਂ ਦੀ ਪੂਜਾ ਹੈ। ਹਜ਼ੂਰ ਸਾਹਿਬ ਚਲੇ ਜਾਓ, ਦਮਦਮਾ ਸਾਹਿਬ ਚਲੇ ਜਾਓ, ਪਟਨਾ ਸਾਹਿਬ ਚਲੇ ਜਾਓ, ਸਾਰੇ ਥਾਂ ਹੀ ਸ਼ਸਤਰਾਂ ਦੀ ਪੂਜਾ ਹੈ, ਕਿਉਂਕਿ ਸ਼ਸਤਰ ਵੀ ਗੁਰੂ ਨੇ ਸਾਡੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਕਤੀ ਨੇ, ਸ਼ਕਤੇ ਨੇ, ਉੱਥੇ ਸ਼ਸਤਰ ਜਿਹੜੀ ਸ਼ਕਤੀ ਨੇ। ਇਸ ਕਰਕੇ ਹਰ ਥਾਂ ਸ਼ਸਤਰਾਂ ਦੀ ਪੂਜਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਸ਼ਸਤਰ। ਇੱਕ ਗੱਲ ਹੋਰ ਇੱਥੇ ਖਿਆਲ ਦੇਣ ਵਾਲੀ ਹੈ, ਹਰਿਮੰਦਰ ਸਾਹਿਬ ਤੁਸੀਂ ਜਾਓਗੇ ਨਾ, ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਿਓ। ਸ੍ਰੀ ਦਰਬਾਰ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੁੰਦਾ, ਉੱਥੇ ਸਭ ਮੂਹਰੇ ਇੱਕ ਸ੍ਰੀ ਸਾਹਿਬ ਪਈ ਹੁੰਦੀ ਹੈ, ਇੱਕ ਸਿਰਫ ਸ੍ਰੀ ਸਾਹਿਬ, ਇੱਕ ਤਲਵਾਰ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਨਾ ਹਰਿਮੰਦਰ ਸਾਹਿਬ ਦੇ ਵਿੱਚ, ਉੱਥੇ ਵੀ ਇੱਕ ਸ੍ਰੀ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਮੂਹਰੇ ਰੱਖੀ ਜਾਂਦੀ ਹੈ। ਉਹਦਾ ਕਾਰਨ ਕੀ? ਕਿਉਂ ਉੱਥੇ ਸ਼ਸਤਰ ਕਿਉਂ ਥੱਲੇ ਰੱਖਿਆ ਜਾਂਦਾ? ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਹੈ ਭਗਤੀ ਦਾ ਕੇਂਦਰ, ਭਗਤੀ ਦਾ ਕੇਂਦਰ। ਉੱਥੇ ਭਗਤੀ ਦੀ ਪੂਜਾ ਹੈ, ਪਰਮਾਤਮਾ ਦੀ ਪੂਜਾ ਹੈ। ਇਸ ਕਰਕੇ ਉੱਥੇ ਸ਼ਸਤਰ ਜਿਹੜਾ ਥੱਲੇ ਰੱਖਿਆ ਜਾਂਦਾ, ਮੂਹਰੇ ਪ੍ਰਕਾਸ਼ ਦੇ ਮੂਹਰੇ ਰੱਖਿਆ ਜਾਂਦਾ। ਤੇ ਤਖਤਾਂ ਦੇ ਉੱਤੇ ਸ਼ਕਤੀ ਦੀ ਵੀ ਪੂਜਾ ਹੈ, ਨਾਲ ਸ਼ਕਤੀ ਦੇ ਨਾਲ ਸ਼ਕਤੀ ਦੀ ਵੀ ਪੂਜਾ ਹੈ, ਕਿਉਂਕਿ ਤਖਤ ਹੈ ਹੀ ਸ਼ਕਤੀ ਦੇ ਪ੍ਰਤੀਕ। ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਇਹ ਗੱਲ ਕਹੀ ਸੀ ਨਾ, ਕਿ ਜਿੱਥੇ ਸਿੱਖੋ ਸਾਨੂੰ ਤੁਸੀਂ ਜਵਾਨੀਆਂ ਭੇਟ ਕਰ, ਜਿੱਥੇ ਤੁਸੀਂ ਸਾਨੂੰ ਬਹੁਤ ਬਹੁਮੁੱਲੀਆਂ ਭੇਟਾਵਾਂ ਦਿੰਦੇ ਹੋ, ਮਾਇਆ ਦਿੰਦੇ ਹੋ, ਅਨਾਜ ਦਿੰਦੇ ਹੋ, ਬਸਤਰ ਦਿੰਦੇ ਹੋ, ਉੱਥੇ ਅੱਜ ਤੋਂ ਤੁਸੀਂ ਸਾਨੂੰ ਜਵਾਨੀਆਂ ਭੇਟ ਕਰਿਓ, ਘੋੜੇ ਵਧੀਆ ਤੋਂ ਵਧੀਆ ਲਿਆਇਓ ਤੇ ਸ਼ਸਤਰ ਵਧੀਆ ਤੋਂ ਵਧੀਆ ਭੇਟਾ ਕਰਿਓ। ਉੱਥੋਂ ਮਹਾਰਾਜ ਜੀ ਨੇ ਸ਼ਕਤੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਸੀ। ਇਸ ਕਰਕੇ ਮਹਾਰਾਜ ਜੀ ਨੇ 10ਵੇਂ ਪਾਤਸ਼ਾਹ ਜੀ ਨੇ ਇਹ ਜਿਹੜੀ ਮਰਿਆਦਾ ਕਾਇਮ ਕੀਤੀ, ਤੇ ਇਹੀ ਜਿਹੜੀ ਮਰਿਆਦਾ ਹੈ ਪੁਰਾਤਨ ਸਮੇਂ ਤੋਂ ਚੱਲੀ ਆਉਂਦੀ। ਤਾਂ ਹੀ ਜਿਹੜਾ ਦੁਸਹਿਰੇ ਦਾ ਦਿਨ ਹੈ ਨਾ, ਉਹਨੂੰ ਸ਼ਸਤਰ ਪੂਜਾ ਕਿਹਾ ਜਾਂਦਾ। ਖਾਲਸਾ ਨੂੰ ਨਾਂ ਦਿੰਦਾ ਸ਼ਸਤਰ ਪੂਜਾ ਦਾ ਦਿਨ, ਵੀ ਸ਼ਸਤਰਾਂ ਦੀ ਪੂਜਾ ਕਰਨੀ ਹੈ, ਵੀ ਸ਼ਸਤਰਾਂ ਨੂੰ ਸਾਫ਼ ਕਰਨਾ, ਮਾਂਜਣਾ ਉਹਨਾਂ ਨੂੰ ਚੰਗੀ ਤਰ੍ਹਾਂ। ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਸ਼ਸਤਰ ਪਏ ਨੇ,
ਅਸੀਂ ਵੀ ਜਾ ਕੇ ਆਪਣੇ ਘਰਾਂ ਵਿੱਚ ਵੇਖੀਏ ਵੀ ਸਾਡੇ ਬਜ਼ੁਰਗਾਂ ਦੇ ਕਈਆਂ ਦੇ ਮੈਂ ਦੇਖਿਆ ਕਿ ਕਈਆਂ ਦੇ ਘਰਾਂ ਵਿੱਚ ਨਾ ਬਜ਼ੁਰਗਾਂ ਦੇ ਸ਼ਸਤਰ ਸਾਂਭ ਕੇ ਰੱਖੇ। ਸਾਡੇ ਬਜ਼ੁਰਗ ਰੱਖਦੇ ਸੀ ਵੱਡੇ ਵੱਡੇ ਸ਼ਸਤਰ, ਪਰ ਉਹ ਉਸੇ ਤਰ੍ਹਾਂ ਹੀ ਪਏ ਹੋਏ ਜੰਗਾਲੇ ਪਏ, ਉਹ ਨਿਕਲਦੇ ਨਹੀਂ। ਕਈਆਂ ਦੇ ਘਰਾਂ ਦੇ ਵਿੱਚ ਮੈਂ ਦੇਖੇ ਸ਼ਸਤਰ ਪਏ ਕਿ ਉਹ ਇੰਨੇ ਜੰਗਾਲ ਗਏ ਕਿ ਮਿਆਨ ਵਿੱਚੋਂ ਸੀਸਾ ਵੀ ਨਹੀਂ ਬਾਹਰ ਨਿਕਲਦੀ। ਅਸੀਂ ਸ਼ਸਤਰਾਂ ਦੀ ਪੂਜਾ ਕਰੀਏ, ਉਹਨਾਂ ਨੂੰ ਸਾਫ਼ ਕਰੀਏ, ਉਹਨਾਂ ਨੂੰ ਧੂਫ ਦਿਖਾਈਏ, ਉਹਨਾਂ ਦੀ ਪੂਜਾ ਕਰੀਏ, ਉਹਨਾਂ ਨੂੰ ਮੱਥਾ ਟੇਕੀਏ ਕਿ ਮਹਾਰਾਜ ਜੀ ਦੇ ਬਚਨ ਪਾਲੀਏ। ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ ਜਹ ਹਮਾਰੇ ਪੀਰ। ਕਿਉਂਕਿ ਹਿੰਦੁਸਤਾਨ ਦੇ ਲੋਕਾਂ ਨੇ ਤਾਂ ਦੁਸਹਿਰਾ ਇੰਨਾ ਕੀ ਸਮਝ ਲਿਆ ਕਿ ਰਾਵਣ ਨੂੰ ਸਾੜ ਲਿਆ ਤੇ ਬਸ ਦੁਸਹਿਰਾ ਮਨਾ ਲਿਆ। ਮਹਾਰਾਜ ਕਹਿੰਦੇ ਨਹੀਂ, ਕੱਲਾ ਉਹ ਰਾਵਣ ਨਹੀਂ, ਰਾਵਣ ਤਾਂ ਬੜੇ ਨੇ ਦੁਨੀਆ ਦੇ ਅੰਦਰ, ਅੱਜ ਵੀ ਰਾਵਣ ਨੇ। ਜੇ ਉਹਨੇ ਇੱਕ ਦੀ ਇਸਤਰੀ ਨੂੰ ਹੱਥ ਪਾਇਆ, ਕਿ ਅੱਜ ਨਹੀਂ ਇਸ ਤਰ੍ਹਾਂ ਹੋ ਰਿਹਾ? ਅੱਜ ਥਾਂ ਥਾਂ ਤੇ ਬਲਾਤਕਾਰ ਹੋ ਰਹੇ ਨੇ, ਕੀ ਕੁਝ ਹੋ ਰਿਹਾ। ਉਹਨਾਂ ਰਾਵਣਾਂ ਨੂੰ ਖਤਮ ਕਰਨ ਵਾਸਤੇ ਹੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਸੀ, ਗਿਰਦੜਾਂ ਤੋਂ ਮੈਂ ਸ਼ੇਰ ਬਣਾਊਂ, ਚਿੜੀਆਂ ਤੋਂ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹਨਾਂ ਰਾਵਣਾਂ ਤੋਂ ਬਚਾਉਣ ਵਾਸਤੇ। ਇੱਕ ਹੀ ਇਕੱਲਾ ਰਾਵਣ ਨਹੀਂ ਸੀ, ਅੱਜ ਵੀ ਰਾਵਣ ਨੇ। ਮਹਾਰਾਜ ਜੀ ਦੇ ਸਮੇਂ ਵੀ ਸੀ। ਮਹਾਰਾਜ ਨੇ ਕਿਹਾ ਕਿ ਇਹੋ ਜਿਹੇ ਰਾਵਣਾਂ ਤੋਂ ਮੁਕਤੀ ਵਾਸਤੇ ਸ਼ਸਤਰਾਂ ਦੀ ਪੂਜਾ ਜ਼ਰੂਰੀ ਹੈ। ਸ਼ਸਤਰਾਂ ਦੇ ਨਾਲ ਹੀ ਉਹਨਾਂ ਦਾ ਵੱਧ ਹੋ ਸਕਦਾ ਨਾ ਫਿਰ। ਇਸ ਕਰਕੇ ਸ਼ਸਤਰਾਂ ਦੇ ਨਾਲ ਅਸੀਂ ਪਿਆਰ ਕਰੀਏ, ਜੋ ਮਹਾਰਾਜ ਜੀ ਨੇ ਸਾਨੂੰ ਮਰਿਆਦਾ ਦਿੱਤੀ ਹੈ। ਅੰਮ੍ਰਿਤ ਦੀ ਦਾਤ ਲਈਏ, ਸ਼ਸਤਰ ਪਹਿਨੀਏ, ਘਰ ਵਿੱਚ ਸ਼ਸਤਰ ਰੱਖੀਏ, ਤੇ ਜਦੋਂ ਇਹ ਦਿਨ ਆਉਂਦੇ ਆ ਸ਼ਸਤਰਾਂ ਦੀ ਪੂਜਾ ਕਰੀਏ। ਹਾਂ, ਉਹ ਸ਼ਸਤਰਾਂ ਦੀ ਸੇਵਾ ਕਰਨ ਵਾਸਤੇ ਸਾਡੇ ਕੋਲੋਂ ਪੈਰ ਲੱਗ ਜਾਣ ਸ਼ਸਤਰਾਂ ਨੂੰ, ਇਹ ਬੇਅਦਬੀ ਨਹੀਂ ਹੈ। ਪਰ ਜੇ ਜਾਣ ਬੁੱਝ ਕੇ ਅਸੀਂ ਸ਼ਸਤਰਾਂ ਦੀ ਬੇਅਦਬੀ ਕਰੀਏ, ਉਹਨਾਂ ਨੂੰ ਪੈਰ ਲਾਈਏ, ਉਹਨਾਂ ਦੇ ਉੱਤੋਂ ਦੀ ਲੰਘੀਏ, ਜਾਂ ਸ਼ਸਤਰਾਂ ਨੂੰ ਪੈਰਾਂ ਵਾਲੇ ਪਾਸੇ ਰੱਖੀਏ, ਤਾਂ ਇਹ ਬੇਅਦਬੀ ਹੈ ਸ਼ਸਤਰਾਂ ਦੀ। ਅਸੀਂ ਸ਼ਸਤਰ ਦੀ ਕਦੇ ਬੇਅਦਬੀ ਨਹੀਂ ਕਰਨੀ। ਸ਼ਸਤਰਾਂ ਨੂੰ ਹਮੇਸ਼ਾ ਸਤਿਕਾਰ ਦੇ ਨਾਲ ਰੱਖਣਾ ਤੇ ਉਹਨਾਂ ਦੇ ਨਾਲ ਪਿਆਰ ਵੀ ਕਰਨਾ, ਗੁਰੂ ਮੰਨ ਕੇ ਉਹਨਾਂ ਦੀ ਪੂਜਾ ਵੀ ਕਰਨੀ ਹੈ, ਤੇ ਮਹਾਰਾਜ ਜੀ ਦੇ ਬਚਨਾਂ ਨੂੰ ਵੀ ਪਾਲਣਾ ਹੈ ਕਿ ਮਹਾਰਾਜ ਜੀ ਨੇ ਸ਼ਸਤਰ ਪੂਜਾ ਦਾ ਵਿਧਾਨ ਸਾਨੂੰ ਦਿੱਤਾ, ਤੇ ਮਹਾਰਾਜ ਜੀ ਨੇ ਆਪ ਸ਼ਸਤਰਾਂ ਦੀ ਪੂਜਾ ਕੀਤੀ। ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਦੁਸਹਿਰੇ ਦੇ, ਜਿਹੜਾ ਲੋਕ ਦੁਸਹਿਰਾ ਮਨਾਉਂਦੇ ਸੀ, ਵਿਜੇ ਦਸ਼ਮੀ ਮਨਾਉਂਦੇ ਸੀ, ਉਹਨੂੰ ਬਦਲ ਕੇ ਮਹਾਰਾਜ ਜੀ ਨੇ ਖਾਲਸੇ ਨੂੰ ਸ਼ਸਤਰ ਪੂਜਾ ਦਿਵਸ ਦਿੱਤਾ। ਅੱਜ ਸ਼ਸਤਰ ਪੂਜਾ ਦਿਵਸ ਹੈ, ਤੇ ਅੱਜ ਅਸੀਂ ਪੂਜਾ ਕਰਨੀ ਹੈ ਸ਼ਸਤਰਾਂ ਦੀ, ਸ਼ਸਤਰਾਂ ਦੀ ਸੇਵਾ ਕਰਨੀ ਹੈ। ਘਰ ਦੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਸਫਾਈ ਕਰੀਏ, ਉਹਨਾਂ ਨੂੰ ਧੂਫ ਦਿਖਾਈਏ। ਕੋਈ ਵੀ ਬਾਣੀ ਹੈ ਜਾਂ ਕੋਈ ਸ਼ਬਦ ਦਾ ਜਾਪ ਹੈ, ਅਸੀਂ ਉਹ ਕਰੀਏ, ਉਹਦੇ ਕੋਲੇ ਬੈਠ ਕੇ ਧੂਫ ਦਿਖਾ ਕੇ, ਤੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਹਾਰਾਜ ਜੀ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ। ਤੀਰ ਤੂੰ ਹੀ, ਸਹਿਥੀ ਤੂੰ ਹੀ ਤਬਰ ਤਲਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਵੀ ਮਹਾਰਾਜ ਜਿਹੜਾ ਵੀ ਤੇਰਾ ਨਾਮ ਜਪਦਾ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ। ਤੇ ਅਸੀਂ ਵੀ ਨਾਮ ਬਾਣੀ ਦੇ ਨਾਲ ਜੁੜੀਏ, ਬਾਣੇ ਤੇ ਬਾਣੀ ਦੇ ਧਾਰਨੀ ਹੋਈਏ, ਕਿਉਂਕਿ ਸਾਡੇ ਇਤਿਹਾਸ ਵਿੱਚ ਇਹ ਬਚਨ ਲਿਖੇ ਨੇ ਨਾ, ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ। ਬਾਣੀ ਤੇ ਬਾਣਾ ਇਹ ਜਿਹੜੇ ਦੋਵੇਂ ਨੇ, ਇਹ ਸਿੰਘ ਦੇ ਪੰਖ ਨੇ, ਖੰਭ ਨੇ। ਜਿਵੇਂ ਇੱਕ ਪੰਛੀ ਹੈ ਨਾ, ਉਹਦੇ 2 ਖੰਭ ਹੀ ਹੁੰਦੇ ਨਾ, 2 ਖੰਭ ਹੁੰਦੇ ਇੱਕ ਪੰਛੀ ਦੇ। ਉਹ 2 ਖੰਭਾਂ ਦੇ ਨਾਲ ਆਸਮਾਨ ਦੇ ਵਿੱਚ, ਆਕਾਸ਼ ਦੇ ਵਿੱਚ ਉੱਚੀਆਂ ਅਡਾਰੀਆਂ ਲਾ ਲੈਂਦਾ, ਉੱਚੀਆਂ ਅਡਾਰੀਆਂ ਲਾ ਲੈਂਦਾ ਉਹ। ਤੇ ਜੇ ਹੁਣ ਇੱਕ ਖੰਭ ਹੀ ਹੋਵੇ, ਇੱਕ ਖੰਭ ਉਹਦਾ ਨਾ ਹੋਵੇ, ਫਿਰ ਕਿਵੇਂ ਉੱਡੇਗਾ ਉਹ? ਫੜਫੜਾਉਂਦਾ ਜਿਹਾ ਰਹੇਗਾ ਨਾ। ਹੁਣ ਜੇ ਅਸੀਂ ਇਕੱਲੀ ਬਾਣੀ ਪੜ੍ਹੀ ਗਏ, ਕਈ ਕਹਿੰਦੇ ਜੀ ਅਸੀਂ ਬਾਣੀ ਪੜ੍ਹ ਲੈਂਦੇ, ਅੰਮ੍ਰਿਤ ਨਹੀਂ ਛਕਿਆ ਅਜੇ। ਜੇ ਬਾਣੀ ਪੜ੍ਹੀ ਗਏ, ਫਿਰ ਇੱਕ ਖੰਭ ਹੀ ਹੈ ਸਾਡੇ ਕੋਲੇ, ਸੱਚਖੰਡ 'ਚ ਨਹੀਂ ਜਾ ਸਕਦੇ। ਜਿਵੇਂ ਇਤਿਹਾਸ ਵਿੱਚ ਬਚਨ ਆਉਂਦੇ ਆ ਕਿ ਮਹਾਰਾਜ ਜੀ ਨੇ ਬਾਣੀ ਦੀ ਮਹੱਤਤਾ ਦੱਸਣ ਵਾਸਤੇ ਕੌਤਕ ਵਰਤਾਇਆ। ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਸੀਗੇ, ਦਰਬਾਰ ਮਾਜੀ ਦਾ ਸੱਜਿਆ ਹੋਇਆ, ਤੇ ਨਾਰਦ ਮੁਨੀ ਨਾ ਮਹਾਰਾਜ ਜੀ ਦੀ ਪ੍ਰੀਖਿਆ ਲੈਣ ਵਾਸਤੇ ਆਇਆ। ਨਾਰਦ ਮੁਨੀ, ਉਹਨੇ ਭੇਸ ਬਣਾਇਆ ਸਾਧੂਆਂ ਵਾਲਾ, ਤੇ ਉਹ ਖੰਭ ਲੈ ਕੇ ਆਇਆ। ਇੱਕ ਪੰਛੀ ਆ ਜਿਹਨੂੰ ਅਨਲਵਾਓ ਵੀ ਕਹਿ ਦਿੰਦੇ ਆ, ਹਮਾਊਂ ਪੰਛੀ ਵੀ ਕਹਿ ਦਿੰਦੇ ਉਹਨੂੰ, ਉਹਦੇ ਖੰਭ ਲੈ ਕੇ ਆਇਆ। ਉਹ ਕਹਿੰਦੇ ਜਿਹੜਾ ਪੰਛੀ ਹੈ ਨਾ, ਉਹ ਆਕਾਸ਼ ਵਿੱਚ ਹੀ ਰਹਿੰਦਾ, ਉਹ ਧਰਤੀ 'ਤੇ ਨਹੀਂ ਆਉਂਦਾ। ਆਕਾਸ਼ ਵਿੱਚ ਹੀ ਕਹਿੰਦੇ ਉਹ ਆਂਡੇ ਦਿੰਦਾ, ਤੇ ਉਹਦੇ ਆਂਡੇ ਥੱਲੇ ਆਉਂਦਿਆਂ ਤੱਕ ਉਹਦੇ 'ਚੋਂ ਬੱਚੇ ਨਿਕਲ ਕੇ ਉਹ ਫਿਰ ਆਕਾਸ਼ ਨੂੰ ਉੱਡ ਜਾਂਦੇ, ਧਰਤੀ 'ਤੇ ਨਹੀਂ ਆਉਂਦਾ ਉਹ। ਉਹਦੇ ਖੰਭ ਲੈ ਕੇ ਆਇਆ ਉਹ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ। ਮਹਾਰਾਜ ਜੀ ਨੇ ਤਾਂ ਜਦੋਂ ਆਇਆ ਦਰਬਾਰ ਵਿੱਚ ਨਮਸਕਾਰ ਕੀਤੀ, ਮਹਾਰਾਜ ਜੀ ਤਾਂ ਇਹਨੇ ਤਾਂ ਪਛਾਣ ਲਿਆ ਘਟ ਘਟ ਕੇ, ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਤਿਗੁਰੂ ਜੀ, ਕਿ ਨਾਰਦ ਮੁਨੀ ਹੈ।
ਤੇ ਮਹਾਰਾਜ ਜੀ ਨੇ ਫਿਰ ਉੱਥੇ ਜਦੋਂ ਉਹਨੇ ਭੇਟਾ ਰੱਖੀ, ਮਹਾਰਾਜ ਦੇ ਅੱਗੇ ਖੰਭ ਰੱਖੇ, ਤੇ ਮਹਾਰਾਜ ਜੀ ਨੇ ਉਹ ਖੰਭ ਜਿਹੜੇ ਸੀ ਨਾ ਸਿੱਖਾਂ ਨੂੰ ਬਾਣੀ ਦੀ ਮਹਾਨਤਾ ਦਰਸਾਉਣ ਵਾਸਤੇ, ਇੱਕ ਮਿਸਤਰੀ ਸੀ ਜੋ ਮਹਾਰਾਜ ਜੀ ਦੇ ਸ਼ਸਤਰ ਬਣਾਇਆ ਕਰਦਾ ਸੀ, ਉਹਨੂੰ ਦਿੱਤੇ ਆ। ਮਹਾਰਾਜ ਜੀ ਕਹਿੰਦੇ ਇਹ ਲੈ ਜਾ, ਇਹਦੇ ਤੀਰਾਂ ਦੇ ਨਾਲ ਇਹਨਾਂ ਨੂੰ ਜੜ ਕੇ ਲਿਆਈ। ਤੇ ਜਦੋਂ ਲੈ ਕੇ ਗਿਆ ਤੇ ਉਹ 5 ਤੀਰ ਬਣਵਾ ਕੇ ਲਿਆਇਆ, ਉਹਦੇ ਤੀਰਾਂ ਦੇ ਨਾਲ ਲਾ ਲਿਆ ਖੰਭਾਂ ਨੂੰ। ਮਹਾਰਾਜ ਜੀ ਨੇ ਫਿਰ ਦਰਬਾਰ ਦੇ ਵਿੱਚ ਲਿਆ ਕੇ ਜਦੋਂ ਤੀਰ ਰੱਖੇ ਤੇ ਸਤਿਗੁਰਾਂ ਨੇ ਚਲਾਏ ਆਕਾਸ਼ ਵੱਲ ਨੂੰ, ਤੇ ਮਹਾਰਾਜ ਜੀ ਨੇ ਕਿਹਾ ਭਾਈ ਦਇਆ ਸਿੰਘ ਹੋਣਾ ਨੂੰ ਕਿ ਸਾਡੇ ਤੀਰ ਲੱਭ ਕੇ ਲਿਆਇਓ, ਚੱਕ ਕੇ ਲਿਆਇਓ, ਜਿੱਥੇ ਜਾ ਕੇ ਡਿੱਗਣਗੇ। ਜਦੋਂ ਮਹਾਰਾਜ ਜੀ ਨੇ ਤੀਰ ਚਲਾਏ ਨਾ ਤੇ ਉਹ ਤੀਰ ਸਿੰਘ ਗਏ ਦੂਰ ਦੂਰ ਤੱਕ ਲੱਭਣ। ਮਹਾਰਾਜ ਜੀ ਨੇ ਕਿਹਾ ਸਾਡੀ ਅੱਜ ਖੁਸ਼ੀ ਬੜੀ ਹੋਵੇਗੀ, ਬੜੀਆਂ ਕਿਰਪਾ ਕਰਾਂਗੇ, ਅਸੀਂ ਬੜੀ ਖੁਸ਼ੀ ਕਰਾਂਗੇ, ਦਇਆ ਕਰਾਂਗੇ ਉਸ ਸਿੱਖ ਤੇ ਜਿਹੜਾ ਸਾਡੇ ਤੀਰ ਲੱਭ ਕੇ ਲਿਆਵੇਗਾ। ਤੇ ਜਦੋਂ ਉਹ ਸਿੱਖ ਗਏ ਤੀਰ ਨਾ ਲੱਭੇ, ਜਦੋਂ ਤੀਰ ਨਾ ਲੱਭੇ ਤੇ ਮੁੜ ਆਏ ਵਾਪਸ ਹੋ ਕੇ। ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਜੀ ਤੀਰ ਨਹੀਂ ਲੱਭੇ, ਪਤਾ ਨਹੀਂ ਕਿੱਥੇ ਰਹਿ ਗਏ। ਮਹਾਰਾਜ ਜੀ ਨੂੰ ਕਹਿੰਦੇ ਸਿੰਘ ਮਹਾਰਾਜ ਜੀ ਆਕਾਸ਼ ਵਿੱਚ ਕੋਈ ਦਰਖਤ ਵੀ ਹੈ ਨਹੀਂ ਜਿੱਥੇ ਉਹ ਲੱਗ ਗਏ ਹੁਣ, ਉੱਪਰ ਕਿਤੇ ਟੰਗੇ ਗਏ ਹੁਣ। ਤਾਂ ਮਹਾਰਾਜ ਜੀ ਕਹਿੰਦੇ ਨਹੀਂ, ਉਹ ਕਿਤੇ ਉੱਪਰ ਨਹੀਂ ਟੰਗੇ ਗਏ, ਉਹ ਹਮਾਊਂ ਦੇਸ਼ ਦੇ ਵਿੱਚ ਚਲੇ ਗਏ, ਜਿੱਥੋਂ ਦੇ ਉਹ ਖੰਭ ਸੀ ਨਾ ਉੱਥੇ ਚਲੇ ਗਏ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਹੀ ਜਿਹੜੀ ਅਕਾਲ ਦੀ ਇਹ ਬਾਣੀ ਹੈ ਨਾ, ਇਹ ਬਾਣੀ ਜਿਹੜੀ ਹੈ ਤੁਸੀਂ ਪੜ੍ਹੋਗੇ ਇਹ ਤੁਹਾਨੂੰ ਸੱਚਖੰਡ ਲੈ ਜਾਵੇਗੀ। ਇਹ ਖੰਭ ਹੈ, ਇਹ ਜਿਸ ਦੇਸ਼ ਵਿੱਚੋਂ ਆਈ ਹੈ ਨਾ, ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਸੱਚਖੰਡ ਵਸੈ ਨਿਰੰਕਾਰ। ਉਸ ਸੱਚਖੰਡ ਦਾ ਨਿਰੰਕਾਰ ਦਾ ਵਾਸਾ ਜਿਹੜਾ ਸੱਚਖੰਡ ਦੇ ਵਿੱਚ ਹੈ ਨਾ, ਤੇ ਸੱਚਖੰਡ ਵਿੱਚੋਂ ਬਾਣੀ ਆਈ ਹੋਈ। ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜਾ ਵਰਨਾ ਕੋਏ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜਿਹੋ ਜੀ ਖਸਮ ਵਾਹਿਗੁਰੂ ਬਾਣੀ ਭੇਜਦਾ ਸੀ, ਮਹਾਰਾਜ ਜੀ ਕਹਿੰਦੇ ਅਸੀਂ ਉਹੋ ਜਿਹੀ ਉਚਾਰਨ ਕਰਦੇ। ਧੁਰਕੀ ਬਾਣੀ ਹੈ ਇਹ, ਅਕਾਲ ਪੁਰਖ ਦੀ ਬਾਣੀ ਹੈ। ਤੇ ਬਾਣੀ ਨਾਲ ਜਿਹੜਾ ਜੁੜੇਗਾ ਮਹਾਰਾਜ ਜੀ ਕਹਿੰਦੇ ਉਹ ਸੱਚਖੰਡ ਚਲਾ ਜਾਵੇਗਾ। ਦੂਸਰਾ ਖੰਭ ਹੈ ਇਹਦਾ ਫਿਰ ਨਾਲ ਸ਼ਸਤਰ ਜਿਹੜੇ ਨੇ, ਅੰਮ੍ਰਿਤ ਦੀ ਦਾਤ ਆਪਾਂ ਲੈਣੀ, ਸ਼ਸਤਰ ਪਹਿਨਣੇ, ਉਹਨੂੰ ਬਾਣਾ ਕਹਿੰਦੇ ਆ। 5 ਕਕਾਰੀ ਰਹਿਤ, ਤੇ ਦੋਵੇਂ ਬਚਨ ਮਹਾਰਾਜ ਜੀ ਦੇ ਅਸੀਂ ਮੰਨ ਕੇ ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਬਾਣੀ ਤੇ ਬਾਣਾ ਇਹ ਧਾਰਨ ਕਰਨਾ, ਇਹਨਾਂ ਨੂੰ ਪਹਿਨ ਕੇ ਅਸੀਂ ਸੰਸਾਰ ਦੇ ਵਿੱਚ ਵਿਚਰਨਾ। ਤੇ ਜਿਵੇਂ ਪੰਛੀ ਜਿਹੜਾ ਆਕਾਸ਼ ਵਿੱਚ ਤਾਰੀਆਂ ਲਾਉਂਦਾ ਨਾ, ਉਸੇ ਤਰ੍ਹਾਂ ਵੀ ਅਸੀਂ ਵੀ ਇੱਕ ਸੱਚਖੰਡ ਦੇ ਵਿੱਚ ਜਾ ਸਕਦੇ ਹਾਂ, ਉੱਚੀ ਉਡਾਰੀ ਲਾ ਸਕਦੇ ਹਾਂ। ਤੇ ਮਹਾਰਾਜ ਜੀ ਦੀ ਦੱਸੀ ਹੋਈ ਰਹਿਤ ਮਰਿਆਦਾ ਨੂੰ ਧਾਰਨ ਕਰੀਏ, ਸ਼ਸਤਰ ਧਾਰੀ ਹੋਈਏ, ਅੰਮ੍ਰਿਤ ਛਕੀਏ, ਬਾਣੀ ਤੇ ਬਾਣੇ ਨਾਲ ਜੁੜੀਏ, ਤਾਂ ਕਿ ਸਾਡਾ ਆਪਣਾ ਵੀ ਭਲਾ ਹੋਵੇ, ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ, ਮਾਤਾ ਪਿਤਾ, ਭੈਣ ਭਰਾਵਾਂ, ਰਿਸ਼ਤੇਦਾਰਾਂ ਸਾਰਿਆਂ ਨੂੰ ਦੱਸੀਏ ਬਾਣੀ ਦੀ ਮਹਾਨਤਾ ਕੀ ਹੈ, ਦੁਸਹਿਰੇ ਦਾ ਮਹਾਤਮ ਕੀ ਹੈ। ਅਸੀਂ ਬਾਣੀ ਤੇ ਬਾਣੇ ਨਾਲ ਜੁੜਨਾ, ਆਪਣੇ ਸ਼ਸਤਰਾਂ ਦੀ ਪੂਜਾ ਕਰਨੀ ਹੈ। ਇਕੱਲੀਆਂ ਮਠਿਆਈਆਂ ਖਾ ਕੇ, ਰਾਵਣ ਫੂਕ ਕੇ ਨਹੀਂ ਦੁਸਹਿਰਾ ਮਨਾ ਲਿਆ, ਨਾਲ ਸ਼ਸਤਰਾਂ ਦੀ ਪੂਜਾ ਵੀ ਕਰੀਏ। ਮਹਾਰਾਜ ਦੀ ਕੋਈ ਬਾਣੀ ਪੜ੍ਹੀਏ, ਜਿਹੜੀ ਬਾਣੀ ਪੜ੍ਹ ਸਕਦੇ ਹੋਈਏ। ਜਪਜੀ ਸਾਹਿਬ ਪੜ੍ਹੀਏ, ਨਿਤਨੇਮ ਦੀਆਂ ਬਾਣੀਆਂ ਕਰੀਏ, ਸੁਖਮਨੀ ਸਾਹਿਬ ਪੜ੍ਹ ਲਈਏ। ਜੇ ਦਸਮ ਦੀ ਬਾਣੀ ਸਾਨੂੰ ਨਹੀਂ ਪੜ੍ਹਨੀ ਆਉਂਦੀ, ਚਲੋ ਫਾਇਦਾ ਬੜਾ ਹੁੰਦਾ। ਵੈਸੇ ਸੰਤ ਗਿਆਨੀ ਇੱਕ ਸੰਤ ਮਹਾਂਪੁਰਸ਼ ਹੋਏ, ਸੰਤ ਮਹਿੰਦਰ ਸਿੰਘ ਜੀ, ਕਾਫੀ ਸਮਾਂ ਹੋ ਗਿਆ ਉਹਨਾਂ ਨੂੰ। ਗਿਆਨੀ ਸ਼ੇਰ ਸਿੰਘ ਜੀ ਨੇ ਕਥਾ ਦੇ ਵਿੱਚ ਸੁਣਾਈ ਸੀ ਗੱਲ। ਕਹਿੰਦੇ ਉਹਨਾਂ ਨੂੰ ਪੁੱਛਿਆ ਸੀ ਕਿਸੇ ਸਿੰਘ ਨੇ ਕਿ ਮਹਾਂਪੁਰਸ਼ੋ ਵੀ 10ਵੇਂ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਨਾ, ਉਹਦਾ ਪ੍ਰਚਾਰ ਬਹੁਤ ਘੱਟ ਹੈ, ਉਹਦਾ ਪ੍ਰਚਾਰ ਬਹੁਤ ਘੱਟ ਹੈ, ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਦਸਮ ਗ੍ਰੰਥ ਵੀ ਕੋਈ ਹੈ। ਤਾਂ ਉਹਨਾਂ ਕਹਿੰਦੇ ਮਹਾਂਪੁਰਸ਼ਾਂ ਨੇ ਕਿਹਾ ਸੀ ਕੋਈ ਗੱਲ ਨਹੀਂ, ਇਹ ਪ੍ਰਚਾਰ ਉਲਟੇ ਪਾਸਿਓਂ ਸ਼ੁਰੂ ਹੋਵੇਗਾ। ਜਦੋਂ ਲੋਕ ਨਿੰਦਿਆ ਕਰਨ ਲੱਗ ਪਏ ਨਾ, ਉਦੋਂ ਪ੍ਰਚਾਰ ਵਧੇਗਾ ਇਸ ਬਾਣੀ ਦਾ। ਤੇ ਦੇਖੋ ਇਹ ਨਿੰਦਿਆ ਕਰਨ ਦਾ ਸਾਨੂੰ ਬੜਾ ਫਾਇਦਾ। ਬੜੇ ਲੋਕਾਂ ਨੇ ਨਿੰਦਿਆ ਕੀਤੀ ਦਸਮ ਦੀ ਬਾਣੀ ਦੀ, ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ, ਪਰ ਅੱਜ ਲੋਕ ਬਹੁਤ, ਦੁਨੀਆ ਬਹੁਤ ਸਿੰਘ ਸੁਚੇਤ ਹੋ ਗਏ। ਦਲਾਂ ਪੰਥਾਂ ਵਿੱਚ ਬਾਣੀ ਪੜ੍ਹੀ ਜਾਂਦੀ ਸੀ ਦਸਮ ਦੀ, ਪਰ ਘਰ ਘਰ ਦੇ ਵਿੱਚ ਬਾਣੀ ਪਹੁੰਚ ਗਈ, ਲੋਕ ਜੁੜ ਗਏ ਇਹਦੇ ਨਾਲ, ਇਹਦਾ ਪ੍ਰਚਾਰ ਹੋਇਆ ਇਸ ਬਾਣੀ ਦਾ। ਇਸ ਕਰਕੇ ਅਸੀਂ ਜਿਹੜੀ ਵੀ ਬਾਣੀ ਪੜ੍ਹ ਸਕਦੇ ਹੋਈਏ, ਬਾਣੀ ਦਾ ਜਾਪ ਕਰੀਏ, ਮੂਲ ਮੰਤਰ ਦਾ ਜਾਪ ਕਰ ਲਈਏ, ਗੁਰ ਮੰਤਰ ਦਾ ਜਾਪ ਕਰ ਲਈਏ, ਬਾਣੀ ਪੜ੍ਹੀਏ। ਜੇ ਦਸਮ ਦੀ ਬਾਣੀ ਪੜ੍ਹ ਸਕਦੇ, ਜਾਪ ਪੜ੍ਹ ਸਕਦੇ, ਚੰਡੀ ਦੀ ਵਾਰ, ਚੰਡੀ ਚਰਿੱਤਰ, ਉਕਤ ਬਿਲਾਸ 2 ਚੰਡੀ ਚਰਿੱਤਰ ਲਿਖੇ ਨੇ ਮਹਾਰਾਜ ਜੀ ਨੇ। ਜਿੰਨੀ ਵੀ ਬਾਣੀ ਅਸੀਂ ਪੜ੍ਹ ਸਕੀਏ ਤੇ ਸ਼ਸਤਰਾਂ ਦੀ ਸੇਵਾ ਕਰੀਏ, ਧੂਪ ਦਿਖਾਈਏ, ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ, ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕਰਕੇ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ। ਕੀ ਅਰਦਾਸ ਕਰੀਏ? ਹਮਰੀ ਕਰੋ ਹਾਥ ਦਾ ਰੱਛਾ,
पूर्ण होए चित्त की इच्छा तब चरणन मन रहा हमारा अपना जान करो प्रतपारा। अरदास करिए महाराज के चरणों च, महाराज साडे ते किरपा करो, सानू बाणी ते बाणे नाल जोड़ो, साडा सिੱਖੀ सिदक जिहड़ा है सवासां नाल निभ जावे, असीं तुहाडी दसी हुई मर्यादा दे उत्ते कायम रह सकीए। दसी होए जीवन जुगत दे विच रह नहीं रहा सोई सिख मेरा, ओह साहिब मैं उसका चेरा। महाराज जी कहिंदे ने ना कि जिहड़ा रहत विच रहिंदा, रहत विच परपक्क रहिंदा, ओह साडा मालक है, मैं उन्हां दा चेला। किन्ना प्यार करदे महाराज जी रहत नूं। इस करके असीं बाणी ते बाणे दे धारनी होईए। शस्त्र पूजा दा अज दिन है, जो तख्त श्री हजूर साहिब भी, पटना साहिब भी, होर जिथे दल पंथ विचरदे ने, सारे दलां पंथां दे विच मनाया जांदा। 9 दिन जिहड़ी है दसम दी बाणी दा पाठ हुंदा, ते जदों उस पाठ दे विच किते ਵੱਧ ਆਉਂਦਾ, ਰਾਮ ਕਥਾ ਦੇ ਵਿੱਚ ਕਿਸੇ ਰਾਖਸ਼ ਨੂੰ ਮਾਰਿਆ ਜਾਂਦਾ, ਜਾਂ ਉੱਥੇ ਫਿਰ ਨਾਰੀਅਲ ਜਾਂ ਗੰਨਾ ਆਦਿਕ ਜਿਹੜੇ ਆ ਝਟਕਾਏ ਜਾਂਦੇ ਆ। ਸੋ ਇਸ ਤਰ੍ਹਾਂ ਜਿਹੜੀ ਮਰਿਆਦਾ ਬਣੀ ਹੋਈ ਉਹਦੇ ਅਨੁਸਾਰ ਜਿਹੜੇ ਕਰਮ ਕੀਤੇ ਜਾਂਦੇ ਆ। ਸੋ ਆਪਾਂ ਵੀ ਜਿਹੜੀ ਜਿੰਨੀ ਕੁ ਮਰਿਆਦਾ ਰੱਖ ਸਕਦੇ ਹੋਈਏ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਬਾਣੀ ਦਾ ਵੀ ਸਤਿਕਾਰ ਕਰੀਏ, ਗੁਰਬਾਣੀ ਦੀਆਂ ਪੋਥੀਆਂ ਦਾ ਸਤਿਕਾਰ ਕਰੀਏ, ਅਤੇ ਨਾਲ ਸ਼ਸਤਰਾਂ ਦਾ ਵੀ ਸਤਿਕਾਰ ਕਰੀਏ। ਬਾਣੀ ਦੀਆਂ ਪੋਥੀਆਂ ਦੇ ਉੱਤੇ ਵਸਤਰ ਪਾ ਕੇ ਰੱਖੀਏ, ਮਿੱਟੀ ਘੱਟੇ ਤੋਂ ਉਹਨਾਂ ਨੂੰ ਬਚਾਈਏ, ਪੈਰਾਂ ਵਾਲੇ ਪਾਸੇ ਨਾ ਰੱਖੀਏ, ਉੱਪਰ ਰੱਖਣੇ ਦੇ ਵਿੱਚ ਰੱਖ ਕੇ ਜਾਂ ਸੋਹਣੇ ਵਸਤਰ ਰੁਮਾਲੇ ਭੇਟਾ ਕਰਕੇ ਉੱਤੇ ਰੱਖੀਏ। ਸ਼ਸਤਰਾਂ ਨੂੰ ਵੀ ਉੱਚੀ ਥਾਂ ਦੇ ਉੱਤੇ ਰੱਖੀਏ, ਪੈਰਾਂ ਵਾਲੇ ਪਾਸੇ ਨਾ ਰੱਖੀਏ, ਸਿਰ ਵਾਲੇ ਪਾਸੇ ਉਹਨਾਂ ਨੂੰ ਰੱਖੀਏ ਜਿੱਧਰ ਆਪਣਾ ਸਿਰ ਹੋਵੇ। ਸ਼ਸਤਰਾਂ ਦਾ ਵੀ ਅਦਬ ਸਤਿਕਾਰ ਕਰੀਏ, ਬਾਣੀ ਦਾ ਵੀ ਅਦਬ ਸਤਿਕਾਰ ਕਰੀਏ, क्योंकि बाणी का भी अदब सत्कार जिहड़ा महाराज जी के बचन 7वें पातशाह जी के, जिन भै बाणी अदब ना धारा जानो सो सिख नहीं हमारा, जिहड़ा बाणी का भै नहीं करदा, बाणी का सत्कार नहीं करदा, वो साडा सिख नहीं। तो शास्त्रां बारे भी महाराज जी ने कहा कि शास्त्र साडे पीर ने, शास्त्र साडे गुरु ने, असीं शास्त्रां दा भी गुरु जिन्ना ही सत्कार करना, शास्त्रां नूं पहन करके भी रखना, शास्त्रां दा सत्कार भी करना। सो इस करके शस्त्र पूजा का अज दिन है, असी शस्त्रां की भी पूजा करनी, गुरु ग्रंथ साहिब जी महाराज की भी पूजा करनी है, बाणी ते बाणे नाल जुड़ना। सो ये विचारां जिहड़ियां ने आप जी नूं अज दुसहरा होण करके शस्त्र पूजा खालसे का ये शस्त्र पूजा दिन है होण करके दुसहरे के संबंध दे विच ये विचारां जिहड़ियां आप जी नूं सरवण कराईयां। क्योंकि देखियो दुनिया के अंदर बड़े धर्म ने, हर धर्म के अपने अपने त्यौहार ने, पर असीं खालसा जिहड़ा है अपने त्यौहार जिहड़े ने अपने रीति रिवाजां दे नाल, अपनी विधि विधान दे नाल मनाउंदा। जिवें आपां होला महल्ला मनाउने आ, दिवाली नूं बंदी छोड़ दिवस कहने आ, उस तरह ही जिहड़ा दुसहरा है खालसा जिहड़ा इस दिन जिहड़ा रावण नहीं साड़दा, इस दिन खालसा शस्त्रां की पूजा करदा। वो शस्त्रां की पूजा करदा जिन्हां दे नाल जालम लोकां दा नाश कीता जांदा, क्योंकि शस्त्रां दे नाल ही जालमां नूं संसार विचों घटाया जा सकदा। ते महाराज जी दे बचन भी ने कि जे तू मेरे दर्शन करन आउणा तां शस्त्र सजा के मेरे कोल आई, शस्त्र पहन के मेरे कोल आई, तां तैनूं मैं दर्शन दीदारे देवांगा, तां ही तैनूं मेरे दर्शन होणगे। जे शस्त्रां दी पूजा करे, शस्त्रां नूं पहन के आवेंगा, जे मन विच इच्छा होवे शस्त्रां दर्शन करन दी, ते महाराज जी कहिंदे बन सुचेत होए शस्त्र सजावो, कि सचेत हो के सावधान हो के शस्त्रां नूं सजा के मेरे दर्शन करन आई, तलवार श्री साहब पहन के मेरे कोल आई, तां मैं तैनूं दर्शन दीदारे जरूर देवांगा। सो इस करके असीं शस्त्रां दे नाल, शस्त्र पूजा का दिन है अज, खालसे ने शस्त्रां की पूजा करनी है विधि विधान के अनुसार, ते नाल बाणी का जाप भी करना। ਆਪਾਂ ਇਹਨਾਂ ਜਿਹੜੀਆਂ ਪੁਰਾਣੀਆਂ ਪੁਰਾਤਨ ਕੋਈ ਰੀਤਾਂ ਨੇ ਨਾ ਸਾਡੀਆਂ ਵਿਧੀ ਵਿਧਾਨ ਬਣੇ ਮਹਾਰਾਜ ਜੀ ਦੇ ਵੱਲੋਂ ਬਣਾਏ ਹੋਏ, ਉਹਨਾਂ 'ਤੇ ਤਰਕ ਨਾ ਕਰੀਏ। ਜੇ ਨਹੀਂ ਸਾਨੂੰ ਪਤਾ ਅਸੀਂ ਉਹਦੇ ਬਾਰੇ ਖੋਜ ਕਰੀਏ, ਪੜਤਾਲ ਕਰੀਏ, ਪੜ੍ਹੀਏ ਜ਼ਰੂਰ ਉਹਦੇ ਬਾਰੇ, ਫਿਰ ਸਾਨੂੰ ਸਮਝ ਆਵੇਗੀ ਕਿ ਸਾਡਾ ਇਤਿਹਾਸ ਕੀ ਹੈ, ਸਾਨੂੰ ਕਿਉਂ ਇਹ ਮਰਿਆਦਾ, ਕਿਉਂ ਕਿਸੇ ਤਖਤ ਦੇ ਉੱਤੇ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ, ਕੀ ਉਹਦੇ ਪਿੱਛੇ ਕਾਰਨ ਹੈ। ਕਿਉਂਕਿ ਕਿਸੇ ਨਾ ਕਿਸੇ ਤਿਉਹਾਰ ਦਾ, ਕਿਸੇ ਨਾ ਕਿਸੇ ਮਰਿਆਦਾ ਦਾ, ਦਿਨ ਦਾ ਕੋਈ ਨਾ ਕੋਈ ਇਤਿਹਾਸ ਹੁੰਦਾ ਜਿਹਦੇ ਕਰਕੇ ਉਹ ਦਿਨ ਸ਼ੁਰੂ ਹੋਇਆ ਜਾਂ ਉਹ ਤਿਉਹਾਰ ਸ਼ੁਰੂ ਹੋਇਆ, ਉਹਦੇ ਬਾਰੇ ਅਸੀਂ ਜ਼ਰੂਰ ਜਿਹੜੀ ਹੈ ਜਾਣਕਾਰੀ ਹਾਸਲ ਕਰੀਏ। ਸੋ ਮਹਾਰਾਜ ਜੀ ਨੇ ਬਾਣੀ ਅੰਦਰ, ਕਿਉਂਕਿ ਸੰਸਾਰ ਵਿੱਚ ਚੰਗੇ ਵੀ ਮਨੁੱਖ ਆਉਂਦੇ ਆ, ਸੰਸਾਰ ਵਿੱਚ ਮਾੜੇ ਵੀ ਆਉਂਦੇ। ਮਹਾਰਾਜ ਜੀ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ,
ਵੀ ਸੰਸਾਰ ਵਿੱਚ ਚੰਗੀ ਬਿਰਤੀ ਵਾਲੇ ਵੀ ਆਏ, ਸੰਸਾਰ ਵਿੱਚ ਮਾੜੀ ਬਿਰਤੀ ਵਾਲੇ ਵੀ ਆਏ, ਸਾਰੇ ਸੰਸਾਰ ਵਿੱਚੋਂ ਚਲੇ ਜਾਂਦੇ ਆ। ਕੋਈ ਸਦਾ ਵਾਸਤੇ ਇੱਥੇ ਥਿਰ ਨਹੀਂ ਰਹਿੰਦਾ। ਥਿਰ ਕੌਣ ਰਹਿੰਦਾ? ਇੱਕ ਪਰਮਾਤਮਾ ਦਾ ਨਾਮ ਸਦਾ ਸੰਸਾਰ 'ਚ ਥਿਰ ਰਹਿੰਦਾ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੱਚ ਕਿਹਾ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਹ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਪਾਂ ਇੱਥੋਂ ਹੀ ਵਿਚਾਰ ਆਪਣੀ ਸ਼ੁਰੂ ਕੀਤੀ ਸੀ ਕਿ ਸੱਤ ਦੇ ਨਾਲ ਜੁੜਨਾ, ਸਤ ਸੰਗਤ ਵਿੱਚ ਬੈਠ ਕਰਕੇ ਸਾਨੂੰ ਸੱਤ ਨਾਲ ਜੁੜਨ ਦੀ ਸੋਝੀ ਆਵੇਗੀ। ਸੋ ਹਰ ਐਤਵਾਰ ਹਫਤਾਵਾਰੀ ਦੀਵਾਨ ਜਿਹੜੇ ਨੇ ਮਹਾਂਪੁਰਸ਼ਾਂ ਦੇ ਸਥਾਨ ਦੇ ਉੱਤੇ ਇੱਥੇ ਸਜਾਏ ਜਾਂਦੇ। ਆਪ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੇ ਹੋ। ਜਿੰਨੀਆਂ ਵੀ ਸੰਗਤਾਂ ਨੇ ਇੱਥੇ ਆ ਕੇ ਹਾਜ਼ਰੀ ਭਰੀ ਹੈ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਰੋਮ ਰੋਮ ਕਰਕੇ ਕੋਟਾਨ ਕੋਟ ਵਾਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਨੂੰ ਇਸ ਬਖਸ਼ਿਸ਼ ਕੀਤਾ। ਸੋ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।